ਜੇਕਰ ਸਿੱਖਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਨੇ। ਇਹ ਵੀ ਦੱਸ ਦਈਏ ਕਿ ਜਦੋਂ ਵੀ ਦੁਨੀਆ ਤੇ ਕੋਈ ਸੰਕਟ ਆਇਆ ਹੈ ਤਾਂ ਸਭ ਤੋਂ ਪਹਿਲਾਂ ਸਿੱਖ ਵੀਰ ਅੱਗੇ ਹੋ ਕੇ ਖੜ ਜਾਂਦੇ ਨੇ। ਚਾਹੇ ਫਿਰ ਉਹ ਸੰਕਟ ਆਉਣ ਤੇ ਕਿਸੇ ਦੇ ਪੇਟ ਭਰਨ ਦੀ ਗੱਲ ਹੋਵੇ ਜਾਂ ਪੰਜਾਬ ਦੇ ਬਾਰਡਰਾਂ ਤੇ ਕਿਸੇ ਸੰਕਟ ਦੀ ਗੱਲ ਹੋਵੇ ਤਾਂ ਸਿੱਖ ਵੀਰ ਅੱਗੇ ਹੋ ਕੇ ਖੜ ਜਾਂਦੇ ਨੇ। ਪਰ ਹੁਣ ਅਸੀਂ ਤੁਹਾਨੂੰ ਕੁਝ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਦੱਸਾਂਗੇ ਜਿੱਥੇ ਕਿ ਹਰ ਕੋਈ ਸੋਚਣ ਦੇ ਲਈ ਮਜਬੂਰ ਹੋ ਜਾਵੇਗਾ। ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਦੇਸ਼ ਦੀ ਆਬਾਦੀ ਸਿਰਫ 2.3% ਬਣਦੀ ਹੈ, ਪਰ ਇੱਥੇ ਸਭ ਤੋਂ ਵੱਧ ਜੰਗੀ ਵਿਧਵਾਵਾਂ ਨੇ। ਹੁਣ ਤੁਹਾਨੂੰ ਦੱਸ ਦਈਏ ਕਿ ਇਹ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਪੰਜਾਬ ਨੂੰ ਦੇਸ਼ ਵਿੱਚ ਹਥਿਆਰਬੰਦ ਬਲਾਂ ਦੀ ਨਰਸਰੀ ਕਿਹਾ ਜਾਂਦਾ ਹੈ। ਜੇਕਰ ਪੰਜਾਬ ਦੇ ਉੱਤਰ ਪ੍ਰਦੇਸ਼ ਤੋਂ ਬਾਅਦ ਹਰਿਆਣੇ ਦੀ ਗੱਲ ਕਰੀਏ ਤਾਂ 1566 ਜੰਗੀ ਵਿਧਵਾਵਾਂ ਦੇ ਨਾਲ ਤੀਜੇ ਨੰਬਰ ਤੇ ਹਰਿਆਣਾ ਆਉਂਦਾ ਹੈ। ਇਹ ਵੀ ਦੱਸ ਦੇ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੇ ਕਸ਼ਮੀਰ ਸਮੇਤ ਹੋਰ ਛੋਟੇ ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੀ ਕ੍ਰਮਵਾਰ 1076 ਤੇ 1218 ਦੇ ਵੀ ਨਾਰੀਆਂ ਦੀ ਮਹੱਤਵਪੂਰਨ ਗਿਣਤੀ ਹੈ। ਤੇ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਮੋਗਾ ਦੇ ਵਿੱਚ। ਮੋਗਾ ਦੇ ਰਹਿਣ ਵਾਲੇ ਇਸ ਪਰਿਵਾਰ ਨੇ ਦੇਸ਼ ਉਤੋਂ ਆਪਣਾ ਪੁੱਤਰ ਕੁਰਬਾਨ ਕਰ ਦਿੱਤਾ, ਜੋ ਕਿ 18 ਮਾਰਚ 2019 ਨੂੰ ਪੁਲਾਵਾ ਦੇ ਵਿੱਚ ਪਾਕਿਸਤਾਨ ਨਾਲ ਹੋਈ ਗੋਲੀਬਾਰੀ ਵਿੱਚ ਸੇ ਲੱਗਣ ਨਾਲ ਸ਼ਹੀਦ ਹੋ ਗਏ ਸਨ। ਫੌਜੀ ਵੀਰ ਦੇ ਸ਼ਹੀਦ ਹੋਣ ਤੇ ਉਸਦੇ ਪਰਿਵਾਰ ਨੂੰ 5-5 ਲੱਖ ਰੁਪਏ, ਜਾਣੀ ਕਿ 5-5 ਕਰਕੇ 2 ਵਾਰ ਉਹਨਾਂ ਨੂੰ 10 ਲੱਖ ਰੁਪਏ ਦਿੱਤਾ ਗਿਆ ਤੇ ਉਹਨਾਂ ਦੇ ਇੱਕ ਪੁੱਤ ਨੂੰ ਨੌਕਰੀ ਵੀ ਦਿੱਤੀ ਗਈ। ਪਰ ਇੱਥੇ ਇਹ ਵੀ ਦੱਸ ਦੇ ਕਿ ਕੁਝ ਪਰਿਵਾਰ ਅਜੇ ਵੀ ਸਰਕਾਰ ਦੀਆਂ ਕਈ ਸਹੂਲਤਾਂ ਤੋਂ ਵਾਂਝੇ ਨੇ। ਹੋਰ ਕੀ ਕੁਝ ਕਿਹਾ ਮੋਗਾ ਦੇ ਰਹਿਣ ਵਾਲੇ ਇਸ ਪਰਿਵਾਰ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ ਇਹਨਾਂ ਦੀ ਜ਼ੁਬਾਨੀ। पौने 4 साल हो नौकरी हुई थी ਉਹਦੇ ਜੀ। ਇਹ ਜੀਐਂਡ ਕੇ ਪਲਾਂ ਵਾਲੇ ਦੀ ਜੀ। ਸ਼ਹੀਦ ਕਦੋਂ ਹੋਇਆ ਤੇ ਕਿਵੇਂ ਹੋਇਆ? ਬਸ ਪਾਕਿਸਤਾਨ ਦੇ ਨਾਲ ਇਹ ਦੋ ਦੁਪਹਿਰ ਚੱਲਦਾ ਸੀਗਾ, ਰਾਤ ਨੂੰ ਵੀ ਚੱਲਦਾ ਰਿਹਾ ਸੀ। ਰਾਤ ਤੇ ਤੜਕੇ ਮਤਲਬ ਕਿ ਵੀ ਲਾਸਟ ਮਤਲਬ ਵੀ ਇਹਨੇ 69 ਗੋਲੀ ਚਲਾਏ ਤੋਂ ਇੱਕ ਰਹਿੰਦਾ ਸੀਗਾ। ਉਹ ਸੂਬੇਦਾਰ ਕਹਿੰਦਾ ਵੀ ਘਰ ਜੀ ਤੁਸੀਂ ਰਹਿੰਦੇ ਪਏ ਕਰ ਦਿਓ। ਉਹ ਕਹਿੰਦਾ ਵੀ ਇੱਕ ਰਹਿੰਦਾ ਕਿ ਚਲਾ ਦੀ। ਜਦੋਂ ਚਲਾਉਣ ਲੱਗਾ ਦੁਪਹਿਰ ਤੇ ਮਤਲਬ ਛੇਲੰਗ ਲੱਗ ਗਿਆ। ਤੇ ਤੁਹਾਨੂੰ ਕਿੱਦਾਂ ਪਤਾ ਲੱਗਦਾ ਬਾਪੂ ਜੀ, ਕਦੋਂ ਪਤਾ ਲੱਗਦਾ ਇਹਦੇ ਬਾਰੇ? ਸਾਨੂੰ ਉਸੇ ਦਿਨ ਮਤਲਬ 10-11 ਵਜੇ ਪਤਾ ਲੱਗਦਾ। ਆਪਣੇ ਪਿੰਡੋਂ ਮੁੰਡੇ 2 ਹੋਰ ਸਕੇ ਭਰਾ, ਉਹ ਵੀ ਉਹਦੇ ਨਾਲ ਹੀ ਸੀਗੇ। ਉਹਨਾਂ ਨੇ ਮਤਲਬ ਫੋਨ ਵਾਲੀ ਮੰਮੀ ਨੂੰ ਕੀਤਾ ਤੇ ਉਹਨਾਂ ਨੇ ਮਤਲਬ ਸਾਨੂੰ ਆ ਕੇ ਦੱਸਿਆ ਵੀ ਕਲੀਅਰ ਨਹੀਂ ਦੱਸਿਆ, ਕਹਿੰਦਾ ਇੱਦਾਂ ਕਰਕੇ ਉਹਦੇ ਸੱਟ ਲੱਗ ਗਈ ਹੈ। ਕਿੰਨੀ ਉਮਰ ਸੀ? ਅਜੇ ਵੀ ਪੌਣੇ 24 ਸੀਗੇ। ਮਤਲਬ 11 ਮਹੀਨੇ ਦਾ ਜਨਮ ਦਿਨ ਉਹਦਾ 94 ਦਾ। ਤੇ 18 ਮਾਰਚ ਨੂੰ ਚੀਜ਼ ਆ ਗਿਆ। ਬਾਪੂ ਜੀ ਬੜੇ ਰਾਜਕੀय ਸਨਮਾਨ ਦੇ ਨਾਲ ਅੰਤਿਮ ਵਿਦਾਈ ਦਿੱਤੀ ਸੀ ਕਰਮਜੀਤ ਜੀ। ਹਾਂਜੀ, ਤੇ ਉਸ ਤੋਂ ਬਾਅਦ ਸਾਰ ਦਿੱਤੀ ਕਿਸੇ ਨੇ? ਨਹੀਂ ਆਉਂਦੇ ਦੇ ਉਦੋਂ ਤਾਂ ਜਿੰਨਾ ਪੁੱਛਦੇ ਦੱਸਦੇ ਵੀ ਐਸਾ ਉਹਨਾਂ ਇੱਕ ਗੱਲ ਹੁੰਦੀ ਸੀ ਉਦੋਂ ਤਾਂ। ਤੁਹਾਡੀ ਸਰਕਾਰ ਵੱਲੋਂ ਕੋਈ ਮਦਦ ਕੀਤੀ ਗਈ ਹੋਵੇ? ਹਾਂਜੀ, ਮੋਦੀ ਸਰਕਾਰ ਨੇ ਸਾਨੂੰ ਜਿੰਨਾ ਪੰਜਾਬ ਤੋਂ ਸਰਕਾਰ ਨੂੰ ਦਿੰਦੇ ਉਹ ਦਿੱਤਾ ਸੀ। ਇਹਨਾਂ ਨੇ 10 ਲੱਖ ਰੁਪਈਆ 2 ਵਾਰੀ 5-5 ਕਰਕੇ। ਦੂਸਰੇ ਬੇਟੇ ਮਤਲਬ ਵੀ ਨੌਕਰੀਆਂ ਨੇ ਮਦਦ ਦੇਤੀ ਆਪਣੀ ਡੀਸੀ ਦਫ਼ਤਰ ਦੇ ਵਿੱਚ ਆਉਣਾ ਇਸ ਟਾਈਮ। ਪਰਿਵਾਰ ਮੰਗੋ ਇਹ ਵੀ ਮੰਗ ਕੀਤੀ ਗਈ ਸੀ ਕਿ ਬੁੱਤ ਜਿਹੜਾ ਬਣਾਇਆ ਜਾਵੇ ਜਾਂ ਜਿਹੜਾ ਸੜਕ ਆ ਜਿਹੜੀ ਉਹ ਕਰਮਜੀਤ ਦੇ ਨਾਮ ਤੇ ਬਣਾਈ ਜਾਵੇ, ਉਹ ਬਣਾਈ ਗਈ ਹੈ ਜਾਂ ਨਹੀਂ ਜੀ, ਅਜੇ ਤੋਂ ਸੜਕ ਉਹ ਪਈ ਵਾਲੇ ਉਹ ਪੱਥਰ ਪਏ ਉਹ ਮੇਰੇ ਸਾਲ ਦੇ ਨੇੜੇ ਹੋਣਾ, ਮੁੜ ਕੇ ਉੱਥੇ ਕੋਈ ਆਏ ਹੋਈ ਨਹੀਂ ਗਾ ਜੀ। ਬੁੱਤ ਵੀ ਨਹੀਂ ਬਣਾਇਆ ਗਿਆ? ਬਾਈ ਹੁਣ ਗੇਟ ਬਣਾਉਣਾ ਵੀ ਮਤਾ ਪਾਸ ਹੋ ਗਿਆ ਤੇ ਹੁਣ ਗੇਟ ਬਣਾਉਣਾ ਜੀ। ਆਪਣੀ ਇਹ ਸੜਕ ਜਾ ਰਹੀ ਕੋਲ ਸਾਹਿਬ ਨੂੰ, ਇੱਧਰ ਤਾਂ ਬਣਿਆ ਹੋਇਆ ਜਿਹੜੇ ਰੋਡ 'ਤੇ ਤੁਸੀਂ ਆਏ ਇੱਥੋਂ ਸਾਹਮਣੇ ਫਿਰ ਉਹ ਗੇਟ 'ਤੇ ਉੱਥੇ ਬਣਾਉਣਾ ਗੇੜੀ ਇਹਨਾਂ ਦਾ। ਕੁਝ ਜਿਵੇਂ ਕਿ ਉਹ ਦੁੱਖ ਤਾਂ ਬਹੁਤ ਉਹ ਚੀਜ਼ ਤਾਂ ਉਹ ਸਾਨੂੰ ਸਾਡੀ ਅੱਖਾਂ ਸਾਹਮਣੇ ਹੈ। ਜੋ ਕੋਈ ਵੀ ਦੁੱਖ ਗੱਲਬਾਤ ਹੁੰਦੀ ਹੈ ਪਰ ਮਾਣ ਇਸ ਗੱਲ ਦਾ ਵੀ ਚੱਲ ਦੁਨੀਆ ਦੇ ਉੱਤੇ ਨਾ ਹੈ ਕਹਿੰਦੇ। ਵਿਆਹ ਸੀ ਕਰ? ਨਹੀਂ ਜੀ, ਵਿਆਹ ਨਹੀਂ ਹੈ ਜੀ। ਵਿਆਹ ਨੂੰ ਕਿਹਾ ਸੀ ਕਿ ਨਹੀਂ ਮੈਂ ਕਰਾਉਣਾ ਨਹੀਂ।
ਠੀਕ ਹੈ ਜੀ, ਬਸ ਉਹਦੇ ਨਾਲ ਉਹ ਕਮੀ ਤਾਂ ਪੂਰੀ ਹੁੰਦੀ ਨਹੀਂ ਗੀ, ਕੁਛ ਵੀ ਦੇਈ ਜਾਣਾ, ਪਰ ਜਿਹੜਾ ਬੱਚਿਆਂ ਦੀ ਕਮੀ ਹੋ ਗਈ ਉਹ ਕਮੀ ਨਹੀਂ ਪੂਰੀ ਹੋ ਸਕਦੀ ਗੀ। ਨਹੀਂ ਮੰਗ ਤਾਂ ਅਸੀਂ ਕੋਈ ਨਹੀਂ ਰੱਖੀ ਜੀ, ਬਸ ਅਸੀਂ ਤਾਂ ਬਸ ਕਹਿੰਦੇ ਵੀ ਜਿਹੜਾ ਹੋ ਗਿਆ ਜੋ ਪਰਮਾਤਮਾ ਨੇ ਕੀਤਾ, ਉਹਨਾਂ ਨੇ ਪਰਮਾਤਮਾ ਨਾਲੋਂ ਤਾਂ ਚੰਗਾ, ਪਰ ਆਪਣੇ ਹੱਥ ਮਾੜਾ ਹੈ। ਮੰਗ ਅਸੀਂ ਕਾਹਦੀ ਖਤ ਕਰ, ਉਹਨਾਂ ਦੀ ਖਤ ਕਰਨੀ ਜਦੋਂ ਵਧਿਆ ਹੀ ਨਹੀਂ, ਮੰਗ ਕਾਹਦੀ ਕਰੀਏ। ਇੰਨਾ ਵੀ ਹੁਣ ਸਰਪੰਚ ਨੇ ਸਟੇਡੀਅਮ ਬਣਾਇਆ ਵੀ ਉਹ ਨਾਂ 'ਤੇ ਸਰਕਾਰੀ ਸਕੂਲ ਵੀ ਕਰਮਜੀਤ ਦੇ ਨਾਂ 'ਤੇ ਹੋ ਗਏ। ਹੁਣ ਗੇਟ ਦਾ ਮਤਾ ਪਾਸ ਪੈ ਗਿਆ ਅਤੇ ਉਹ ਹੁਣ ਗੇਟ ਬਣਨਾ ਜੀ ਉਹਦੇ ਨਾਂ 'ਤੇ। ਲੱਗਦਾ ਬਾਪੂ ਜੀ ਕੋਈ ਯਾਦਗਾਰੀਆਂ ਬਣਾਉਣ ਨਾਲ ਜਿਹੜੀ ਪੁੱਤ ਦੀ ਆ ਜਿਹੜੀ ਯਾਦ ਆ ਉਹ ਤੁਹਾਡੇ ਦਿਲਾਂ ਦੇ ਵਿੱਚ ਰਹੂ? ਰਹੂ ਜੀ, ਸਾਡੇ ਤਾਂ ਰਹਿਣੀ ਦੇਣੀ ਹੈ। ਬਾਕੀ ਜਿੰਨਾ ਨਾ ਮਿਲਿਆ ਪਰਿਵਾਰਾਂ ਦੇ ਵਿੱਚ ਜਾਂ ਕਿਸੇ ਬੰਦਿਆਂ ਨਾਲ, ਹਰੇਕ ਬੰਦੇ ਵਿੱਚ ਅਗਲਾ ਯਾਦ ਤਾਂ ਕਰੂ ਵੀ ਹਾਂ ਵੀ ਇਹ ਕਰਮਜੀਤ ਦਾ ਪਿੰਡ ਆ, ਸ਼ਹੀਦ ਕਰਮਜੀਤ ਦਾ। ਕਿਤੇ ਵੀ ਸਕੂਲ ਦੇ ਕੋਈ ਗੱਲਬਾਤ, ਬੱਚਾ ਕਿਤੇ ਹੋਰ ਕਿਸੇ ਕੰਮ ਜਾਂਦਾ, ਜਿਵੇਂ ਸਰਟੀਫਿਕੇਟ ਲੈ ਕੇ ਜਾਂਦਾ, ਉਦੋਂ ਫਿਰ ਚਲੋ ਨਾਂ ਤਾਂ ਆਉਂਦਾ ਪਿੰਡ ਦਾ ਅਤੇ ਨਾਲ ਸ਼ਹੀਦ ਕਰਮਜੀਤ। ਕਰਮਜੀਤ ਦੀ ਸ਼ਹੀਦੀ ਨੂੰ ਦੇਖਦੇ ਹੋਏ ਪਿੰਡ 'ਚੋਂ ਕੋਈ ਨੌਜਵਾਨ ਹੈ ਜਿਹੜੇ ਕੋਈ ਫੌਜ ਦੇ ਵਿੱਚ ਆ, ਜਿਹੜੇ ਉਹ ਵੀ ਆਪਣਾ ਜਿਹੜਾ ਆਪਣੇ ਦੇਸ਼ ਲਈ ਹਿੱਸਾ ਪਾਉਣਾ ਚਾਹੁੰਦੇ ਆ ਜਾਂ ਕੁਛ ਇੱਦਾਂ ਦਾ ਕੋਈ ਤੁਸੀਂ ਆਪ ਤੁਹਾਡੇ ਵੱਲੋਂ ਕੀਤਾ ਜਾ ਰਿਹਾ? ਨਹੀਂ ਜੀ, ਹੁਣ ਪਾਉਣਾ ਚਾਹੁੰਦੇ ਪਰ ਸਰਕਾਰ ਕੰਮ ਨਹੀਂ ਕਰ ਰਹੀ ਛੇਤਾ ਪਾਉਣ ਵਾਲੀ। ਹੁਣ 4 ਸਾਲ ਦੀ ਭਰਤੀ ਕਰਦੇ ਅਤੇ ਉਹ 'ਚ ਕੀ ਅਗਲਾ ਹਿੱਸਾ ਪਾਊਗਾ? ਦੁਨੀਆ ਤੁਰੀ ਫਿਰਦੀ ਹੈ, ਹੁਣ ਇੱਕ ਭਰਤੀ ਤਾਂ ਕਰਦੇ ਪਰ ਕਾਹਦੀ ਉਹ 4 ਸਾਲ ਕਰਕੇ ਨਾ ਅੱਗੇ ਜੋ ਕਰਦੇ ਨਾ ਪਿੱਛੇ ਹੋਊਗਾ। ਅੱਗੇ ਤਾਂ ਚਲੋ ਅਗਲਾ ਕਹਿੰਦਾ ਵੀ ਆਦਮੀ ਦੇ ਵਿੱਚ ਮੁੰਡਾ ਵੀ ਚੱਲ ਨੌਕਰੀ ਲੱਗਾ, ਕਿ ਕੰਮ 'ਤੇ ਲੱਗਾ ਵੀ ਚੱਲ ਕੰਮ ਨੂੰ ਆਊਗਾ, ਪੈਨਸ਼ਨ ਆਊਗੀ, ਸਭ ਕੁਝ ਆਪਦਾ ਕੰਮ ਕਰ ਹੋਰ ਕਰ ਲੂਗਾ। ਇਹ ਕਿਸੇ ਪਾਸੇ ਜੋਗੇ ਵੀ ਨਹੀਂ ਹੁਣ। ਇਹ ਤਾਂ ਮੋਦੀ ਵਰਗੇ ਨੇ ਬਸ ਜਿਵੇਂ ਆਪਦੇ ਬੰਦੇ ਜਿਹੜੇ ਅਡਾਨੀ ਬਨੀਆਂ ਬਸ ਗਨਮੈਨ ਇਤਿਹਾਸ ਹੋ ਸਕਦੇ, ਸਿਕਿਉਰਟੀ ਜਿਵੇਂ ਫੈਕਟਰੀਆਂ ਬਣਾਉਣਗੇ ਖਾਨੇ ਉਹਨਾਂ ਵਾਸਤੇ ਹੀ ਬਣਨੇ, ਉਹ ਤਾਂ ਇਹਨਾਂ ਦਾ ਫਾਇਦਾ ਕੋਈ ਨਹੀਂ। ਨਾ ਇਹਨਾਂ ਕੋਲ ਨੂੰ ਦੇਣਾ ਨਾ ਲੈਣਾ, ਕੋਈ ਸਹੂਲਤ ਹੀ ਨਹੀਂ ਕੋਈ ਬੰਦੇ ਬੱਚਿਆਂ ਨੂੰ। ਕਦੋਂ ਸ਼ਹੀਦ ਹੋਇਆ ਸੀ, ਕਿੱਥੇ ਪੋਸਟਡ ਹੋਇਆ ਸੀਗਾ? ਜੰਮੂ 'ਚ ਸ਼ਹੀਦ ਕਦੋਂ ਹੋਏ ਸੀ? 18/3/2019 ਅੱਜ ਦੇ 18/2000 ਨਾ 18/3/2000। ਕਿੰਨੀ ਉਮਰ ਸੀ ਮੁੰਡੇ ਦੀ ਔਰ ਕਦੋਂ ਫੌਜ 'ਚ ਚਲਾ ਗਿਆ? 24 साल से। ਕਿੰਨੀ ਦੇਰ ਰਹੀ ਫੌਜ 'ਚ? 4 साल। ਕਦੋਂ ਸ਼ਹੀਦ ਕਦੋਂ ਹੋਇਆ ਸੀ, ਕਿਵੇਂ ਹੋਇਆ ਸੀ? शहीद हजे जून च होने सी 4 साल, अप्रैल च सी, मार्च च 18 मार्च ਨੂੰ। ਕਿੱਥੇ ਸ਼ਹੀਦ ਹੋਇਆ ਸੀ? जम्मू च सी। ਲੜਾਈ ਦੌਰਾਨ? हाँ जी हाँ जी, गोली लगी, फैल चलता सी। ਜੇ ਗੱਲ ਕਰੀਏ ਤਾਂ ਸਰਕਾਰਾਂ ਵੱਲੋਂ ਹੈ ਜਿਹੜਾ ਕੀ ਤੁਹਾਨੂੰ ਕੋਈ ਸਾਰ ਲਈ ਗਈ ਹੈ ਤੁਹਾਨੂੰ? ਦੱਸ ਦਈਏ ਕਿ ਅੰਕੜੇ 27 ਮਾਰਚ ਨੂੰ ਰਾਜ ਸਭਾ ਦੇ ਸਾਹਮਣੇ ਰੱਖੇ ਗਏ ਸਨ। ਮੰਤਰਾਲੇ ਦੁਆਰਾ ਰਾਜ ਸਭਾ ਦੇ ਸੰਸਦ ਮੈਂਬਰ ਮੁਕੁਲ ਬਾਲ ਕ੍ਰਿਸ਼ਨ ਬਸ਼ਨੀਕ ਦੁਆਰਾ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਰੱਖਿਆ ਗਿਆ ਸੀ, ਜਿਸ ਦੇ 31 ਜਨਵਰੀ ਤੱਕ ਰਾਜ ਯੂਟੀ ਬਾਰ ਵੀ ਨਾਰੀਆਂ ਤੇ ਇਹ ਸਾਰੇ ਸਵਾਲ ਖੜੇ ਹੋ ਜਾਂਦੇ ਨੇ ਕਿ ਪੰਜਾਬ ਭਰ ਦੇ ਵਿੱਚ ਕਿੰਨੀਆਂ ਮਹਿਲਾਵਾਂ ਜਿਹੜੀਆਂ ਨੇ ਜੰਗੀ ਵਿਧਵਾਵਾਂ ਨੇ। ਸਰਕਾਰ ਵੱਲ ਉਹਨਾਂ ਦੀ ਇਹ ਵੀ ਸਵਾਲ ਪੁੱਛੇ ਗਏ ਸੀ ਕਿ ਉਹਨਾਂ ਨੂੰ ਕੀ ਸਹਾਇਤਾ ਦਿੱਤੀਆਂ ਜਾ ਰਹੀਆਂ ਨੇ, ਚਾਹੇ ਉਹ ਆਰਥਿਕ ਹੋਵੇ, ਕੋਈ ਸਹਾਇਤਾ ਹੋਵੇ, ਕਿਸ ਤਰ੍ਹਾਂ ਦੀ ਉਹਨਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ। ਜਾਣੀ ਕਿ ਕਈ ਸਵਾਲ ਕੀਤੇ ਜਾਂਦੇ ਨੇ। ਕੇਂਦਰ ਨੇ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ, ਐਕਸ਼ਨ, ਗਰਸੀਆਂ ਅਤੇ ਅਜਿਹੇ ਲੋਕਾਂ ਨੂੰ ਦਿੱਤੇ ਗਏ ਵਿਸ਼ੇਸ਼ ਅਧਿਕਾਰਾਂ ਬਾਰੇ ਵੀ ਜਾਣਕਾਰੀ ਮੰਗੀ ਸੀ। ਹੁਣ ਤੁਹਾਨੂੰ ਲੈ ਕੇ ਚੱਲਾਂਗੇ ਗੁਰਦਾਸਪੁਰ ਦੇ ਉਸ ਪਿੰਡ ਦੇ ਵਿੱਚ ਜਿੱਥੇ ਕਿ ਇੱਕ ਸ਼ਹੀਦ ਜਵਾਨ ਦੇ ਪਰਿਵਾਰ ਨੇ ਆਪਣਾ ਦੁੱਖ ਦੱਸਿਆ। ਸੋ ਦੱਸ ਦਈਏ ਕਿ ਇਹਨਾਂ ਦਾ ਕੀ ਕਹਿਣਾ ਹੈ ਆਪਣੇ ਸ਼ਹੀਦ ਪੁੱਤਰ ਨੂੰ ਲੈ ਕੇ ਅਤੇ ਸਰਕਾਰ ਦੀਆਂ ਸਹੂਲਤਾਂ ਨੂੰ ਲੈ ਕੇ। ਆਓ ਤੁਹਾਨੂੰ ਇਹਨਾਂ ਦੀ ਵੀ ਜ਼ੁਬਾਨੀ ਸੁਣਾਉਂਦੇ ਹਾਂ। हम लोग यहाँ संत नगर गुरदासपुर में रहते हैं और नवदीप मेरा सबसे बड़ा बेटा था। उसने एज ए अफसर आर्मी ज्वाइन की मार्च 2010 में और उसके बाद उसकी ट्रेनिंग हुई अफसर ट्रेनिंग अकेडमी चेन्नई में। मार्च 2011 के बाद उसकी पोस्टिंग होगी 15 मराठा लाई में, जो कि पहले कानपुर में थी और मूव होकर वो गोरई सेक्टर में चली गई।
नवदीप उस टाइम 1 महीने की छुट्टी आया हुआ था ट्रेनिंग कंप्लीट करके, तो सीधा गुरेज सेक्टर में चल गया। उधर उसकी जो काम था, उसकी जो एफिशिएंसी थी, उसको देखते हुए उसके कमांडिंग अफसर ने उसको घातक प्लाटून के रूप में नियुक्त किया। नवदीप काफ़ी होशियार था। इसकी एजुकेशन देखी जाए तो डिग्री इन होटल मैनेजमेंट, उसके बाद MBA की थी आर्मी इंस्टीट्यूट मैनेजमेंट कोलकाता से। उसको उस एरिया के बारे में बहुत कुछ नॉलेज था, क्यों उस काफ़ी रैकी की थी उसने उस एरिया में। तकरीबन रात के 12 बजे के करीब 19 अगस्त को जब हिंदुस्तान की जो LO लाइन ऑफ कंट्रोल थी, उसमें 17 आतंकवादियों ने घुसपैठ करने की कोशिश की, तो नवदीप ने उनका सामना किया और 2 एम्बुश लगा रखे थे। मैं उस जगह में गया भी हूँ, पूरी जगह देख कर आया हूँ। उधर उसने 2 एम्बुश लगाए और एक में 3 आदमियों के साथ था, बाकी 7 आदमी दूसरी जगह थे। उसको पता चल गया था कि जो किशन गंगा रिवर है वो एक छोटी बोट के थ्रू टेररिस्ट क्रॉस कर रहे थे, लेकिन उसने फायर नहीं किया। उसकी ये प्लान थी कि पूरे टेररिस्ट इकट्ठे होकर आ जाएं और जब मेरे नज़दीक आ जाएं तब मैं फायर करूंगा। तो जब 5-6 मीटर पर टेररिस्ट आ गए तो उसने फायरिंग शुरू की और उसने अपनी टुकड़ी को पहले ही बता रखा था, सबसे पहले फायर मैं करूंगा, उसके बाद तुम लोग करोगे। जब वो नज़दीक आ गए तो इतना करीब थे, उसके रेंज में आ गए और उसमें से उन्होंने 13 आतंकवादियों को मार गिराया। एक जो आतंकवादी था वो पत्थर के थोड़ी आड़ लेकर छुपा हुआ था। उसने जब नवदीप को देखा कि इसकी 3 मैगजीन इसने खाली कर दिए थे, भी इस जगह से फायर बहुत आ रहा है, उसने उस साइड में फिर होकर नवदीप के ऊपर गोली चलाई। लेकिन नवदीप का एक साथी जो सिपाही था वो घायल हो रखा था नवदीप ने, उसने उठाकर दूसरी जगह जब किया तो टेररिस्ट ने उसकी लोकेशन पूरी जांच ली और उसके गोली चला दी, नवदीप के सिर के ऊपर लगी। लेकिन नवदीप ने उस आतंकवादियों को भी मार गिराया। तो ऐसे रात का तकरीबन 12:30-1 बजे का टाइम था, तो सिर में गोली लगने के कारण काफ़ी खून बह गया था, तो नवदीप शहादत को प्राप्त कर गया। ਸਰਕਾਰ ਸੇ ਕੀ ਮੰਗ ਹੈਗੀ ਹੈ ਤੁਹਾਡੀ ਸਰਕਾਰ ਨੂੰ? सरकार जो आर्मी की साइड से है, हमें सब कुछ पूरे बेनिफिट्स मिल गए हैं। जो सिविल में है, हमारे एक बच्चे को नौकरी भी दी गई है, छोटे बेटे को। और हमारी ये डिमांड है, ये हमारी इच्छा है पूरे परिवार की, ख़ास करके हम पेरेंट्स की, कि किसी एजुकेशन इंस्टीट्यूट का नाम नवदीप के नाम पर रखा जाए। हम ये सोच रहे हैं कि किसी जो गुरदासपुर में है सीनियर सेकेंडरी स्कूल, लड़कियों का जो स्कूल है, उसका नाम नवदीप के नाम पर रखा जाए। मैं ये क्यों बोल रहा हूँ, क्योंकि जो औरत है ये देश का और समाज का ये भविष्य इनके ऊपर बहुत डिपेंड करता है, बहुत डिपेंड होता है। ये सुनहरा जो है योगदान जो दे सकती हैं। अगर एक माँ पढ़ी लिखी होगी तो वो बच्चों को बहुत आगे ले जा सकती है। तो मैं कहता हूँ ये सीनियर सेकेंडरी स्कूल जो गुरदासपुर है, इसका नाम हमारे बेटे के नाम पर रखा जाए, ये हमारी आखिरी इच्छा है। ਨਵਦੀਪ ਸਿੰਘ 2010 ਵਿੱਚ ਉਹਨਾਂ ਆਰਮੀ ਜੁਆਇਨ ਕੀਤੀ ਸੀ ਤੇ ਉਹਦੇ ਬਾਅਦ ਉਹਦੀ 9 ਮਹੀਨੇ ਅਫਸਰ ਟ੍ਰੇਨਿੰਗ ਚੱਲੀ ਤੇ ਮਾਰਚ 2011 ਵਿੱਚ ਉਹਦਾ ਮਤਲਬ ਪਾਸਿੰਗ ਆਊਟ ਪਰੇਡ ਹੋਈ, ਜਿਹਦੇ 'ਚ ਅਸੀਂ ਵੀ ਗਏ, ਅਸੀਂ ਜਾ ਕੇ ਸਟਾਰ ਲਾਏ ਉਹਦੇ। ਫਿਰ ਉਹਦੇ ਕੁਛ ਦਿਨ ਛੁੱਟੀ ਕੱਟਣ ਦੇ ਬਾਅਦ ਫਿਰ ਉਹਨੂੰ ਯੂਨਿਟ 'ਚ ਜਾਣਾ ਪਿਆ। ਉਹਦੀ ਟਰਾਂਸਫਰ ਹੋ ਗਈ ਸੀ 15 ਮਰਾਠਾ ਲਾਈ 'ਚ, ਗੁਰੇਜ਼ ਸੈਕਟਰ 'ਚ, ਅਤੇ ਉਹਨੂੰ ਉੱਥੇ ਜਾਣਾ ਪਿਆ ਯੂਨਿਟ ਦੇ ਨਾਲ। ਉੱਥੇ ਜਾ ਕੇ ਫਿਰ ਉਹਨਾਂ ਮਤਲਬ ਅਗਸਤ ਵਿੱਚ ਉਹਦਾ ਅੱਤਵਾਦੀਆਂ ਨਾਲ ਆਪਰੇਸ਼ਨ ਸ਼ੁਰੂ ਹੋਇਆ। ਹਾਂਜੀ, ਅਤੇ ਉਹਨੇ 13 ਅੱਤਵਾਦੀਆਂ ਨੂੰ ਮਾਰਿਆ ਅਤੇ ਫਿਰ ਆਪ ਸ਼ਹੀਦੀ ਪਾ ਗਿਆ। ਕਿੰਨੀ ਉਮਰ ਸੀ ਉਹਨਾਂ ਦੀ ਜਦੋਂ ਭਰਤੀ ਹੋਏ ਸੀਗੇ? 25 ਸਾਲ ਉਮਰ ਸੀ ਜਦੋਂ ਭਰਤੀ ਹੋਈ ਸੀ। ਹਾਂਜੀ, ਨਹੀਂ ਆਇਆ ਤਾਂ ਹੈ ਹੀ ਨਹੀਂ, ਫੋਨ ਹੀ ਕਰਦਾ ਸੀ ਕਿ ਨਹੀਂ ਉੱਥੇ ਬੜਾ ਵਧੀਆ ਮਾਹੌਲ ਹੈ, ਉੱਥੇ ਕੋਈ ਮਤਲਬ ਅੱਤਵਾਦੀਆਂ ਦਾ ਕੁਛ ਹੈ ਹੀ ਨਹੀਂ, ਬੜਾ ਵਧੀਆ ਸਭ ਕੁਛ, ਤੁਸੀਂ ਵੀ ਮੇਰੇ ਕੋਲ ਘੁੰਮਣ ਆਇਓ।
ਤੇ ਫਿਰ 19 ਅਗਸਤ ਨੂੰ ਨਾ ਮਤਲਬ ਉਹ ਸ਼ਹੀਦ ਰਾਤ ਆਪਣੀ ਨਾਈਟ ਡਿਊਟੀ ਤੇ ਗਿਆ ਹੋਣਾ, ਆਪਣੇ ਕੁਛ ਨਾਲ ਲੈ ਕੇ ਸੈਨਿਕਾਂ ਨੂੰ। ਇਕੱਲਾ ਹੀ ਆਫਿਸਰ ਸੀ ਉੱਥੇ। ਰਾਤ ਇਹਨਾਂ ਦਾ ਆਪਰੇਸ਼ਨ ਚੱਲਿਆ ਤੇ ਉੱਥੇ ਇਹ 13 ਅੱਤਵਾਦੀਏ ਮਾਰ ਕੇ ਫਿਰ ਇਹ ਸ਼ਹੀਦ ਹੋ ਗਿਆ। ਪਰ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਸੀ। ਅਸੀਂ 20 ਤਰੀਕ ਮਤਲਬ ਇੱਦਾਂ ਨੋਰਮਲੀ ਜਿੱਦਾਂ ਰੂਟੀਨ 'ਚ ਸੀ ਅਸੀਂ, ਤੇ ਪਰ ਇੱਦਾਂ ਮਤਲਬ ਕੁਛ ਲੱਗ ਰਿਹਾ ਸੀ ਕਿ ਕਿਤੇ ਨਾ ਕਿਤੇ ਕੋਈ ਮਤਲਬ ਕੁਛ ਮਿਸਹੈਪਨਿੰਗ ਹੋ ਗਈ ਹੈ। ਮਤਲਬ ਇੱਦਾਂ ਅਸੀਂ ਸਾਰੇ ਜੀ ਪਤਾ ਨਹੀਂ ਪ੍ਰਮਾਤਮਾ ਵੱਲੋਂ ਚੁੱਪਚਾਪ ਕੁਛ ਸਾਡਾ ਖਾਣਾ ਖਾਣ ਨੂੰ ਨਾ ਦਿਲ ਕਰੇ, ਕੁਛ ਕਰਨ ਨੂੰ ਨਾ ਕਰੇ। ਫਿਰ ਉਹਦੇ ਬਾਅਦ ਸਾਡੇ ਘਰ ਫੋਨ ਆਇਆ, STD ਤੇ ਫੋਨ ਆਇਆ ਤੇ ਉਹ ਫੋਨ ਮੈਂ ਚੁੱਕਿਆ ਤੇ ਉੱਥੇ ਉਹਨਾਂ ਮੇਰੇ ਨਾਲ ਗੱਲ ਕੀਤੀ ਕਿ ਇੱਦਾਂ ਨਵਦੀਪ ਤੇ ਨਾ ਮਤਲਬ ਅੱਤਵਾਦੀਆਂ ਦਾ ਆਪਰੇਸ਼ਨ ਚੱਲਿਆ ਸੀ ਤੇ ਉਹਦੇ ਥੋੜਾ ਲੱਗ ਗਈ, ਇੰਜਰੀ ਹੋ ਗਈ ਆ ਉਹਨੂੰ। ਇੰਨੀ ਕਹਿ ਕੇ ਉਹਨਾਂ ਫੋਨ ਕੱਟ ਦਿੱਤਾ, ਮੈਨੂੰ ਕੋਈ ਗੱਲ ਹੀ ਨਹੀਂ ਕਰਨ ਦਿੱਤੀ। ਫਿਰ ਮੈਂ ਘਰ 'ਚ ਦੱਸਿਆ ਇਹਨਾਂ ਨੂੰ। ਫਿਰ ਉਹਦੇ 5 ਮਿੰਟ ਬਾਅਦ ਫਿਰ ਫੋਨ ਆ ਗਿਆ ਤੇ ਫਿਰ ਮੈਂ ਪੁੱਛਿਆ ਉਹਨਾਂ ਨੂੰ ਕਿ ਨਵਦੀਪ ਦਾ ਕੀ ਹਾਲ ਹੈ, ਉਹ ਕਿੱਥੇ ਆ। ਉਹ ਕਹਿੰਦੇ ਆ ਕਿ ਉਹ ਨਾ ਸ੍ਰੀਨਗਰ MH ਵਿੱਚ ਉਹਨੂੰ ਲੈਣ ਦਾ। ਤੇ ਮੈਂ ਕਿਹਾ ਉਹ ਠੀਕ ਆ, ਅਸੀਂ ਮਤਲਬ ਅਸੀਂ ਸ੍ਰੀਨਗਰ ਆ ਜਾਂਦੇ ਹਾਂ, ਅਸੀਂ ਉਹਨੂੰ ਮਿਲਣ ਵਾਸਤੇ, ਤੁਸੀਂ ਦੱਸੋ ਠੀਕ ਆ। ਉਹਨਾਂ ਕਿਹਾ ਕਿ ਉਹ ਡਾਕਟਰ ਦੱਸੇਗਾ ਤੁਹਾਨੂੰ, ਡਾਕਟਰ ਗੱਲ ਕਰੇਗਾ ਤੁਹਾਡੇ ਨਾਲ। ਉਹਨਾਂ ਇੰਨਾ ਕਹਿ ਕੇ ਫਿਰ ਫੋਨ ਕੱਟ ਦਿੱਤਾ। ਫਿਰ ਸਾਨੂੰ ਕੁਝ ਪਤਾ ਹੀ ਨਾ ਚੱਲੇ ਕਿ ਹੁਣ ਅਸੀਂ ਕੀ ਕਰੀਏ, ਕਿਹਨੂੰ ਪੁੱਛੀਏ, ਕਿੱਥੇ ਫੋਨ ਕਰੀਏ। ਫਿਰ ਇਹਦੇ ਨਵਦੀਪ ਦੇ ਪਾਪਾ ਨਾ ਉੱਥੇ ਤਿਬੜੀ ਤਿਆਰ ਹੋ ਗਏ, ਕਹਿੰਦੇ ਕਿ ਮੈਂ ਉੱਥੇ ਜਾ ਕੇ ਪਤਾ ਕਰਕੇ ਆਉਣਾ। ਤੇ ਅਜੇ ਮਤਲਬ ਜਾਣ ਦੀ ਤਿਆਰੀ ਕਰਦੇ ਸੀ। ਫਿਰ ਇਹਨਾਂ ਦੇ ਫੋਨ ਤੇ ਫੋਨ ਆ ਗਿਆ। ਫਿਰ ਉਹਨਾਂ ਨੇ ਦੱਸਿਆ ਕਿ ਨਵਦੀਪ ਨਹੀਂ ਰਿਹਾ, ਜਦੋਂ ਕਿ ਉਹ ਰਾਤ ਦਾ ਹੀ ਖਤਮ ਹੋ ਗਿਆ ਦਾ ਸੀ। ਸਰਕਾਰ ਦੀ ਗੱਲ ਕੀਤੀ ਜਾਵੇ, ਉਹਨਾਂ ਦੀ ਯਾਦ ਵਿੱਚ ਕੀ ਸਰਕਾਰ ਨੇ ਬਣਾਇਆ? ਸਰਕਾਰ ਨੇ ਉਹਨਾਂ ਦੀ ਇੱਕ ਤੇ ਗੁਰਦਾਸਪੁਰ ਵਿੱਚ ਗੇਟ ਬਣਾਇਆ ਉਹਨਾਂ ਦੇ ਨਾਂ ਤੇ। ਇੱਕ ਗਵਰਨਮੈਂਟ ਕਾਲਜ ਦਾ ਸਟੇਡੀਅਮ ਮਤਲਬ ਕਾਲਜ 'ਚ ਸਟੇਡੀਅਮ ਦਾ ਨਾਂ ਰੱਖਿਆ, ਨਵਦੀਪ ਸਟੇਡੀਅਮ। ਹਾਂਜੀ। ਤੇ ਇੱਕ ਸਰਕਾਰ ਨੇ ਉਦੋਂ ਇੱਕ ਬੱਚੇ ਸਾਡੇ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਤੇ ਉਹ ਉਹਨਾਂ ਨੌਕਰੀ ਦਿੱਤੀ ਹੈ। ਹੋਰ ਅਸੀਂ ਇਹ ਆਪਣੇ ਵਾਸਤੇ ਤੇ ਅਸੀਂ ਕੁਛ ਨਹੀਂ ਮੰਗਦੇ ਸਰਕਾਰ ਕੋਲ। ਅਸੀਂ ਕਹਿੰਦੇ ਆ ਕਿ ਉਹਨੂੰ ਸ਼ਹੀਦ ਦੇ ਨਾਂ ਤੇ ਕੁਛ ਨਾ ਕੁਛ ਕਰਨਾ ਚਾਹੀਦਾ ਆ। ਜਿੱਦਾਂ ਹੁਣ ਅਸੀਂ ਕਹਿ ਰਹੇ ਹਾਂ ਕਿ ਸਕੂਲ ਦਾ ਨਾਂ ਰੱਖਿਆ ਜਾਏ। ਪਹਿਲਾਂ ਤਾਂ ਅਸੀਂ ਕਾਲਜ ਦਾ ਨਾਂ ਰੱਖਣ ਦੀ ਮੰਗ ਕੀਤੀ ਸੀ ਤੇ ਪਰ ਉਹ ਤੇ ਉਹਨਾਂ ਨੇ ਉਹ ਮੰਨੇ। ਹੁਣ ਅਸੀਂ ਚਾਹੁੰਦੇ ਹਾਂ ਕਿ ਕਿਸੇ ਸਕੂਲ ਦਾ, ਗਰਲਸ ਸਕੂਲ ਜਾਂ ਬॉयਜ਼ ਸਕੂਲ ਦਾ ਗੁਰਦਾਸਪੁਰ 'ਚ ਨਵਦੀਪ ਦੇ ਨਾਂ ਤੇ ਨਾਂ ਰੱਖਿਆ ਜਾਏ। ਹਾਂਜੀ, ਇਹ ਮੰਗ ਹੈ ਸਾਡੀ ਸਰਕਾਰ ਕੋਲ। ਕੇਂਦਰ ਸਰਕਾਰ ਦੁਆਰਾ ਨਵੰਬਰ 2019 ਵਿੱਚ ਲੋਕ ਸਭਾ ਵਿੱਚ ਰਾਜਵਾਰ ਸਾਂਝੇ ਕੀਤੇ ਗਏ ਇੱਕ ਸੰਬੰਧਿਤ ਅੰਕੜੇ ਦੇ ਵਿੱਚ ਸੈਨਿਕਾਂ ਦੀ ਨੁਮਾਇੰਦਗੀ ਵਿੱਚ ਇੱਕ ਖੁਲਾਸਾ ਹੁੰਦਾ ਹੈ, ਜਿਸ ਦੇ ਵਿੱਚ ਕਿ ਕੁੱਲ ਵਿੱਚੋਂ 1154 ਲੱਖ ਜ਼ੁਬਾਨਾਂ ਦੀ ਗਿਣਤੀ ਫੌਜ ਵਿੱਚ ਸੇਵਾ ਕਰ ਰਹੇ ਨੇ। ਜਾਣੀ ਕਿ ਇਹ ਜਵਾਨ ਨੇ ਜਿਹੜੇ ਅਜੇ ਵੀ ਫੌਜ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ। ਸੋ ਦੱਸਦੇ ਕਿ ਚੰਡੀਗੜ੍ਹ ਦੇ ਵਿੱਚ ਵੀ ਇੱਕ ਪਰਿਵਾਰ ਹੈ ਜਿਨ੍ਹਾਂ ਨੇ ਆਪਣੇ ਦੁੱਖ ਸਾਂਝੇ ਕੀਤੇ ਨੇ, ਜਿਨ੍ਹਾਂ ਨੇ ਪੁੱਤ ਇਸ ਪੂਰੇ ਦੇਸ਼ ਤੋਂ ਵਾਰ ਦਿੱਤਾ। ਸੋ ਦੱਸਦੇ ਕਿ ਇੱਕ ਪਾਸੇ ਤਾਂ ਸਾਡੇ ਜਿਹੜੇ ਦੇਸ਼ ਦੇ ਸਿੱਖ ਵੀਰ ਨੇ ਉਹਨਾਂ ਨੂੰ 2% ਕਿਹਾ ਜਾਂਦਾ, ਜਾਨੀ ਕਿ ਸਿੱਖਾਂ ਨੂੰ 2% ਦਾ ਨਾਮ ਦੇ ਦਿੱਤਾ ਗਿਆ ਸੀ। ਪਰ ਜੇ ਕੁਰਬਾਨੀਆਂ ਦੀ ਗੱਲ ਕਰ ਲਈਏ ਤਾਂ ਸਿੱਖਾਂ ਤੋਂ ਵੱਧ ਕੁਰਬਾਨੀਆਂ ਕਿਸੇ ਦੀਆਂ ਵੀ ਨਹੀਂ ਹਨ ਤੇ ਇੱਥੇ ਇਹ ਸਭ ਕੁਝ ਸਾਫ਼ ਹੋ ਜਾਂਦਾ ਆ। ਤੇ ਚੰਡੀਗੜ੍ਹ ਦੇ ਇਸ ਪਰਿਵਾਰ ਦਾ ਕੀ ਕਹਿਣਾ ਹੈ, ਇਹਨਾਂ ਦੀ ਜ਼ੁਬਾਨੀ ਵੀ ਤੁਹਾਨੂੰ ਸੁਣਾ ਦਿੰਦੀ ਹਾਂ। ਬਾਹਰ ਵਿਡੋ 'ਚ ਪੰਜਾਬ ਦੇ ਵਿੱਚ ਜ਼ਿਆਦੇ ਨੇ। ਕੀ ਕਾਰਨ ਹੈ? ਪੂਰੇ ਦੇਸ਼ ਦੀ 2% ਆਬਾਦੀ ਆ ਪੰਜਾਬ ਦੇ ਵਿੱਚ, ਪਰ ਕੁਰਬਾਨੀਆਂ ਪੱਖੋਂ ਕੋਈ ਗਿਣਤੀ ਨਹੀਂ। ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਇਹ ਵੇ ਕਿ ਜਿਹੜੀਆਂ ਵਿਡੋਜ਼ ਨੇ ਇਹਦੇ 'ਚ ਦੋ ਕੈਟੇਗਰੀਜ਼ ਨੇ। ਇੱਕ ਤਾਂ ਵਾਰ ਵਿਡੋ ਕਿ ਜਿਹੜਾ ਜੰਗ ਦੇ ਦੌਰਾਨ ਜਾਂ ਇਹੋ ਜਿਹੇ ਮਾਹੌਲ ਜਿੱਦਾਂ ਪ੍ਰੋਕਸੀ ਵਾਰ ਹੈ ਜੋ ਕੁਛ, ਉਹਨਾਂ ਨੂੰ ਵਾਰ ਵਿਡੋ ਕਿਹਾ ਜਾਂਦਾ। ਦੂਸਰੀਆਂ ਵਿਡੋਜ਼ ਨੇ ਜਿਨ੍ਹਾਂ ਦੇ ਬੱਚਿਆਂ ਨੇ, ਜਿਨ੍ਹਾਂ ਦੇ ਹਸਬੈਂਡ ਵਗੈਰਾ ਨੇ, ਉਹਨਾਂ ਨੇ ਵੀ ਜੰਗਾਂ ਲੜੀਆਂ ਨੇ, ਮਗਰ ਉਹ ਉਸ ਕੈਟੇਗਰੀ 'ਚ ਨਹੀਂ ਆਉਂਦੇ ਵਾਰ ਵਿਡੋਜ਼ ਦੀ। ਬਾਅਦ 'ਚ ਆ ਕੇ ਪੈਨਸ਼ਨ ਦੇ ਟਾਈਮ ਦੇ ਉੱਤੇ ਜਾਂ ਫੌਜ ਦੇ ਵਿੱਚ ਨੌਕਰੀ ਕਰਦੇ ਸਮੇਂ ਵੀ ਜੇ ਕੋਈ ਇਹੋ ਜਿਹੀ ਘਟਨਾ ਦੀ, ਜੇ ਛੁੱਟੀ ਆ ਗਏ, ਕੈਜੂਲਟੀ ਹੋ ਗਈ, ਨਾਟ ਐਟਰੀਬਿਊਟੇਬਿਲਟੀ ਸਰਵਿਸ। ਤੁਸੀਂ ਗੱਲ ਕੀਤੀ ਹੈ ਸੋ ਦੋਵਾਂ ਦੀ ਪੰਜਾਬ ਦੇ ਵਿੱਚ ਵੈਸੇ ਵੀ ਵਿਡੋ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਵੇਲੇ ਅੰਕੜੇ ਕੀ ਆਏ ਨੇ ਜਿਹੜੇ ਤੱਥ ਉਜਾਗਰ ਹੋ ਰਹੇ ਨੇ? 2132 ਕਹਿੰਦੇ ਨੇ ਕਿ ਜਿਹੜੀਆਂ ਵਾਰ ਵਿਡੋਜ਼ ਨੇ ਪੂਰੇ ਨਹੀਂ ਸਾਡੇ ਕੋਲ ਜਿਹੜੇ ਪੰਜਾਬ 'ਚ ਨੇ। ਅਤੇ ਉਹਦੇ ਵਿੱਚ ਪੰਜਾਬ ਸਭ ਤੋਂ ਜ਼ਿਆਦਾ, ਜਿਹਦੀ ਆਬਾਦੀ ਬਿਲਕੁਲ ਤੁਸੀਂ ਠੀਕ ਹੈ 2.3
परसेंट बनती है। 4000 ਦੇ ਵਿੱਚੋਂ 2000 ਵਿਡੋ ਚ ਪੰਜਾਬ ਚ ਨੇ। जो जो 2% 2.1% आबादी है, कोई 2 करोड़ 77 लाख 8,000 के करीब आबादी एज पर दी सेंसस पंजाब दी। 17% यूपी दी है। ਉਹਨਾਂ ਦੀਆਂ ਨੰਬਰ 2 ਤੇ ਆਉਂਦੀਆਂ ਨੇ ਵਿਡੋ ਜਿਹੜੀਆਂ ਨੇ, ਜਿਹੜੀ ਵਾਰ ਵਿਡੋਜ਼ ਨੇ। ਆ ਜਿਹੜੀ ਤੁਸੀਂ ਗੱਲ ਕੀਤੀ ਹੈ ਬੜੀ ਅਹਿਮ ਹੈਗੀ ਹੈ ਕਿ ਸਭ ਤੋਂ ਵੱਧ ਕੁਰਬਾਨੀਆਂ ਜੇ ਦਿੱਤੀਆਂ ਨੇ ਉਹ ਲੜਾਈ ਤੋਂ ਪਹਿਲੋਂ ਦੀ ਵੀ ਜੇ ਗੱਲ ਕਰੀਏ ਤੇ ਆਜ਼ਾਦੀ ਦਿਲਵਾਉਣ ਵਾਸਤੇ ਵੀ ਪੰਜਾਬੀਆਂ ਦੀ ਗੱਲ ਕਰਦੇ ਹਾਂ, ਸਿਰਫ ਫੌਜੀਆਂ ਦੀ ਨਹੀਂ। 90% ਦੀ ਕੁਰਬਾਨੀਆਂ ਤੇ ਆਜ਼ਾਦੀ ਵਾਸਤੇ ਪੰਜਾਬੀਆਂ ਨੇ ਦਿੱਤੀਆਂ। ਜੇ ਪੰਜਾਬੀਆਂ ਦੇ ਵਿੱਚੋਂ ਅੱਗੇ ਕਰ ਲਈਏ ਤੇ ਪੰਜਾਬੀਆਂ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਦੀਆਂ ਬਹੁਤ ਵੱਡਾ ਯੋਗਦਾਨ ਰਿਹਾ। ਤੇ ਹੁਣ ਇਹਦਾ ਮਕਸਦ, ਇਹਦਾ ਮਤਲਬ ਇਹੀ ਨਿਕਲਦਾ ਕਿ ਸਭ ਤੋਂ ਵੱਧ ਕੁਰਬਾਨੀਆਂ ਫੌਜ ਤਕਰੀਬਨ 12.5-13 ਲੱਖ ਫੌਜ ਹੈਗੀ ਹੈ। ਉਹਦੇ ਵਿੱਚ ਜੇ ਕੋਈ 90,000 ਦੇ ਕਰੀਬ ਹੁਣ ਇਸ ਵੇਲੇ ਫੌਜੀ ਐਜ਼ ਪਰ ਦੀ ਅੰਕੜੇ ਜੋ ਆਏ ਨੇ ਰਾਜ ਸਭਾ 'ਚ ਪੇਸ਼ ਕੀਤੇ ਗਏ, ਮਗਰ ਉਹਦੇ ਵਿੱਚ ਜੋ ਪਹਿਲੋਂ ਹੁਣ ਤੱਕ ਜਿਹੜੀਆਂ ਵਾਰ ਵਿਡੋਜ਼ ਜਿਹੜੀਆਂ ਨੇ ਉਹਨਾਂ ਦੀ ਗਿਣਤੀ ਜ਼ਿਆਦਾ। ਇਹ ਸਿੱਧ ਕਰਦੀ ਹੈ ਕਿ ਫੌਜੀ ਬੜੇ ਜੰਗਜੂ ਬਹਾਦਰ ਯੋਧੇ ਸੂਰਬੀਰ ਨੇ, ਜਿਨ੍ਹਾਂ ਦੇ ਅੰਦਰ ਕੌਮੀ ਜਜ਼ਬਾ, ਜਿਨ੍ਹਾਂ ਦੇ ਅੰਦਰ ਕਿ ਇਸ ਕਿਸਮ ਦਾ ਇੱਕ ਦੇਸ਼ ਦੀ ਖਾਤਰ ਮੱਟ ਮਿਟਣ ਵਾਲਾ ਜਜ਼ਬਾ ਹੈ। ਤੇ ਉਹ ਪੰਜਾਬੀ ਨੇ ਤੇ ਪੰਜਾਬੀਆਂ ਦੇ ਅੰਦਰ ਸਿੱਖਾਂ ਦੀ ਗਿਣਤੀ ਵਿੱਚ ਆਉਂਦੀ। ਕਿਉਂਕਿ ਜੇ ਪੰਜਾਬੀਆਂ ਦੀ ਗੱਲ ਕਰ ਲਓ, ਜੇ ਫੌਜ ਦੇ ਵਿੱਚ ਉਹਦੇ ਵਿੱਚ ਜੇ ਹੁਣ ਫੌਜ ਸਿੱਖ ਰੈਜੀਮੈਂਟ ਹੈ ਪਿਓਰ ਸਿੱਖ ਹਲਾਈ ਹੈ ਪਿਓਰ ਸਿੱਖ, ਕੁਛ ਇੱਕ ਪਲਟਣਾ ਹੁਣ ਮਿਕਸ ਹੋਈਆਂ। ਤੁਸੀਂ ਮੰਨ ਕੇ ਚੱਲਦੇ ਹੋ ਕਿ ਸਿੱਖ ਗੁਰੂਆਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਵੀ ਕੁਰਬਾਨੀਆਂ ਦਿੱਤੀਆਂ ਨੇ। ਬਹੁਤ ਸਾਰੇ ਮਤਲਬ ਇਤਿਹਾਸ 'ਚ ਉਦਾਹਰਨਾਂ ਮਿਲਦੀਆਂ ਨੇ। ਉਹ ਜਜ਼ਬਾ ਅੱਗੇ ਚੱਲ ਰਿਹਾ ਫਿਰ? ਉਹ ਬਿਲਕੁਲ ਸਿਰਫ ਇਹ ਜਿਹੜਾ ਹੁਣ ਮੈਂ ਦੇਖ ਰਿਹਾ ਸੀ, ਅੱਜ ਹੀ ਦੇਖ ਰਿਹਾ ਸੀ ਸਵੇਰੇ, ਇੱਕ ਬੜੇ ਘੱਟ ਹੀ ਦੇਖਦਾ, ਇਹ ਰਿਸ਼ੀ ਮੁਨੀ ਵੀ ਇਹ ਗੱਲ ਕਰ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੇਖੋ ਤੁਸੀਂ ਅੱਜ ਦੇ ਦਿਨ ਖਾਸ ਤੌਰ 'ਤੇ ਤਿਉਹਾਰ ਹੈਗਾ, ਤੇ ਉਹ ਕਹਿ ਰਹੇ ਨੇ ਕਿ ਬਈ ਇਹ ਕਿਹਦੇ ਕਰਕੇ ਤੁਸੀਂ ਜੀਵਤ ਹੋ, ਜਿਨ੍ਹਾਂ ਨੂੰ ਤੁਸੀਂ ਯਾਦ ਕਰਨਾ ਭੁੱਲ ਗਏ। ਗੁਰੂ ਗੋਬਿੰਦ ਸਿੰਘ ਸਾਹਿਬਜ਼ਾਦਿਆਂ ਜਿਨ੍ਹਾਂ ਨੇ ਕੁਰਬਾਨੀ ਦਿੱਤੀਆਂ ਨੇ ਛੋਟੀ ਉਮਰ 'ਚ। ਤੇ ਇਹ ਗੱਲ ਇਹ 'ਚ ਕੋਈ ਸ਼ੱਕ ਨਹੀਂ। ਔਰ ਖਾਸ ਤੌਰ 'ਤੇ ਜਜ਼ਬਾ ਕੁੱਟ ਕੇ ਪੜ੍ਹਿਆ ਜੇ ਵੀ ਐਗਜ਼ਾਮਪਲ ਲਵਾਂ ਤੇ ਸਿੱਖ ਰੈਜੀਮੈਂਟ 'ਤੇ ਜਦੋਂ ਰਿਕਰੂਟ ਭਰਤੀ ਹੁੰਦਾ ਤੇ ਉਦੋਂ ਬਾਅਦ ਉਹਨਾਂ ਦੀ ਇੱਕ ਜਨਰਲ ਹਰਬਖਸ਼ ਸਿੰਘ ਜਦੋਂ ਕੱਲ੍ਹ ਦੀ ਰੈਜੀਮੈਂਟ ਸੀ, ਉਹਨਾਂ ਨੇ ਕਿਹਾ ਦੇਸ਼ ਸੇਵਾ ਵਰ ਹੋਇਆ ਸ਼ੁਭ ਕਰਮਾਂ ਤੇ ਕਬਰ ਨੂੰ ਡਰੂੰ, ਇਹ ਵੀ ਸ਼ਬਦ ਗਾਇਨ ਕਰਾਂਗੇ। ਉਹ ਕਰਦੇ ਰਹੇ ਨੇ। ਉਹ ਜਜ਼ਬਾ ਕੁੱਟ ਕੇ ਭਰਿਆ ਜਾਂਦਾ। ਅਫਸੋਸ ਦੀ ਗੱਲ ਹੈ ਕਿ ਇੰਨਾ ਕੁਛ ਹੋਣ ਦੇ ਬਾਵਜੂਦ, ਤੁਹਾਡਾ ਦੂਜਾ ਪਾਰਟ ਦਾ ਜਿਹੜਾ ਸਵਾਲ ਸੀਗਾ, ਕਿ ਫਿਰ ਵੀ ਸਿੱਖ ਕੌਮ ਨੂੰ ਇਹ ਬਦਨਾਮ ਕੀਤਾ ਜਾ ਰਿਹਾ। ਉਹ ਬਹੁਤ ਸਾਰੀਆਂ ਐਗਜ਼ਾਮਪਲਾਂ ਹੈਗੀਆਂ ਨੇ ਕਿ ਦੇਸ਼ ਭਗਤੀ ਦੀ ਭਾਵਨਾ ਜਜ਼ਬਾ ਜਿਹੜਾ ਇਹਨਾਂ 'ਚ, ਮਗਰ ਇਹ ਹੋਇਆ ਪਹਿਲੋਂ ਵੀ ਹੋਇਆ, ਲੜਸੇ 80 ਦੇ ਦਹਾਕੇ 'ਚ ਹੋਇਆ। ਇੱਥੋਂ ਤੱਕ ਕਿ ਜਿਹੜੇ ਟਰੈਵਲ ਕਰ ਰਹੇ ਸੀਗੇ, ਇੱਥੋਂ ਤੱਕ ਕਿ ਜਿਹੜੇ ਕਿ ਸੜਕਾਂ 'ਤੇ ਵੀ ਜਾ ਰਹੇ ਸੀ ਸੀਨੀਅਰ ਅਫਸਰ ਜਨਰਲ, ਉਹਨਾਂ ਨੂੰ ਵੀ ਕੱਢ ਕੇ ਉਹਨਾਂ ਦੇ ਆਇਡੈਂਟੀ ਕਾਰਡ ਬੜੀ ਬੇਇੱਜ਼ਤੀ ਕੀਤੀ ਗਈ। ਅਤੇ ਕਿਉਂ, ਕੀ ਕਸੂਰ ਸੀ ਉਹਨਾਂ ਦਾ? ਠੀਕ ਹੈ, ਉਹ ਕਾਲਾ ਦੌਰ ਜਿਹੜਾ ਸੀਗਾ ਉਹ ਇਹ ਸਿੱਧ ਕਰਦਾ ਕਿ ਭਾਈ ਉਹ ਜਿਹੜੀ ਪੈਰਾਮਿਲਟਰੀ ਜਾਂ CRPF ਲੈ ਲਓ, ਸੈਂਟਰਲ ਗਵਰਨਮੈਂਟ ਆਰਮਡ ਫੋਰਸਿਸ, ਉਹ ਜਿਸ ਤਰੀਕੇ ਨਾਲ ਉਦੋਂ ਪੇਸ਼ ਆਉਂਦੇ ਰਹੇ ਜਾਂ ਹੁਣ ਵੀ ਇਸ ਕਿਸਮ ਦਾ ਮਾਹੌਲ ਪੈਦਾ ਹੋ ਰਿਹਾ, ਤੇ ਉਹ ਬੜਾ ਮੰਦਭਾਗਾ। ਜਿਹੜੇ ਸਿੱਖ ਨੇ ਆਪਣੇ ਬਲ ਬੂਤੇ 'ਤੇ ਜੇ ਉੱਪਰ ਆਏ ਨੇ, ਕੋਈ ਰੱਖਿਆ ਮੰਤਰੀ ਰਿਹਾ, ਕੋਈ ਜੇਕਰ ਪ੍ਰੈਜ਼ੀਡੈਂਟ ਰਿਹਾ, ਕੋਈ ਮੁੱਖ ਮੰਤਰੀ ਰਹੇ ਨੇ, ਜਾਂ ਵਰਲਡ ਬੈਂਕ ਦਾ ਜੇ ਅੱਜ ਸਿੱਖ ਇੱਕ ਅਧਿਕਾਰੀ ਬਣਿਆ, ਤੇ ਉਹ ਆਪਣੇ ਬਲਬੂਤੇ 'ਤੇ ਡਾਕਟਰ ਮਨਮੋਹਨ ਸਿੰਘ ਵਰਗੇ ਇਹੋ ਜਿਹੇ ਜਿਹੜੇ ਕਿ ਦੁਨੀਆ ਭਰ ਉਹਨਾਂ ਦੀ ਇੱਜ਼ਤ ਕਰਦਾ ਸੀ। ਤੇ ਬਰਾਕ ਓਬਾਮਾ ਕਿਹਾ ਕਰਦਾ ਸੀ, ਜਦੋਂ ਡਾਕਟਰ ਮਨਮੋਹਨ ਸਿੰਘ ਬੋਲਦਾ ਤੇ ਸਾਰੇ ਸੁਣਦੇ ਨੇ, ਸਿਰਫ ਫੌੜ ਨਹੀਂ ਮਾਰਦੇ, ਤੱਥਾਂ ਦੇ ਆਧਾਰ 'ਤੇ ਇਕਾਨਮੀ ਬਣ। ਤੇ ਇਸ ਵਾਸਤੇ ਆਪਣੇ ਬਲਬੂਤੇ 'ਤੇ ਉਹ ਅੱਗੇ ਆਏ ਨੇ। ਥੋੜ੍ਹੇ ਹੁੰਦਿਆਂ ਹੋਇਆਂ ਵੀ ਉਹ ਕਿਸ ਦੀ ਖਾਤਰ, ਕਿਸ ਦਾ ਨਾਮ, ਸਿੱਖ ਕੌਮ ਦਾ ਨਾਮ ਤਾਂ ਹੈ ਹੀ ਹੈ ਉੱਚਾ ਕੀਤਾ, ਪਰ ਦੇਸ਼ ਦਾ ਵੀ ਨਾਮ ਉਹਦੇ ਵਿੱਚ ਹੁੰਦਾ। ਦੇਖੋ, ਹਰ ਇੱਕ ਪਲਟਨ ਦਾ, ਹਰ ਇੱਕ ਰੈਜੀਮੈਂਟ ਦਾ ਜੰਗੀ ਨਾਅਰੇ ਨੇ, ਪਰ ਜੰਗੀ ਨਾਅਰਾ ਜੋ ਕਿ ਇੱਕ ਸਿੱਖ ਪਲਟਨ, ਸਿੱਖ ਲਾਈ ਜਾਂ ਪੰਜਾਬੀ ਵੀ ਦਿੰਦੇ ਨੇ, ਪੰਜਾਬ ਰੈਜੀਮੈਂਟ ਦੇ ਵਿੱਚ ਕੁਛ ਇੱਕ ਦੂਜੇ ਟਰੁੱਪਸ ਵੀ ਹੈਗੇ ਨੇ, ਉਹ ਜੰਗੀ ਨਾਅਰਾ ਦਾ ਜੇ ਅੱਜ ਗੱਲ ਕੀਤੀ ਜਾਏ, ਜੇ ਕਿ ਜਿਹੜਾ ਕਿ ਹੁਣ LAC ਦੀ ਗੱਲ ਕੀਤੀ ਜਾਏ, ਜੇ ਕਿ ਪੂਰਬੀ ਲਦਾਖ ਦੀ ਗੱਲ ਕੀਤੀ ਜਾਏ, ਮੇਰੀ 1 ਮਹੀਨਾ 2 ਮਹੀਨੇ ਪਹਿਲੋਂ ਹੀ ਗੱਲ ਹੋਈ ਸੀ। ਉਹ ਕਹਿੰਦੇ ਨੇ ਚੀਨੀ ਜਿਹੜੇ ਨੇ ਨਾ, ਕਿਉਂਕਿ ਉੱਥੇ ਤੇ ਸਿੱਖ ਪਲਟਨ 20 ਸਲਾਮ ਥੋੜ੍ਹਾ ਪਿੱਛੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਨੇ, ਉੱਥੇ ਲੈ ਕੇ ਜਾਂਦੇ ਨੇ ਤੰਬੂ 'ਚ ਜੇ ਕਿੱਦਾਂ ਹੋਏ।
ਤੇ ਗੁਰੂ ਸਾਹਿਬ ਦੀ ਥਾਪਨਾ, ਗੁਰੂ ਸਾਹਿਬ ਦੇ ਦੇਖੋ ਆਸ਼ੀਰਵਾਦ ਦੇ ਨਾਲ ਉਹ ਫਿਰ ਜੰਕਾਰਾ ਛੱਡਦੇ ਨੇ ਤੇ ਦੁਸ਼ਮਣ, ਉਹ ਚੀਨ ਦੀ ਗੱਲ ਕਰ ਲਓ, ਉਹ ਕਹਿੰਦੇ ਨੇ ਕਿ ਇਹ ਤੇ ਬਹੁਤ ਵੱਡੇ, ਦੇਖੋ ਇਹ ਤਾਂ ਕਹਿੰਦੇ ਨੇ ਕਈ ਤੇ ਉਹਨਾਂ ਪਤਾ ਨਹੀਂ ਨਾ, ਕਹਿੰਦੇ ਭੂਤ ਆ, ਭੂਤ ਜੰਕਾਰਾ ਛੱਡਦੇ ਜਦੋਂ, ਕਿਉਂ ਜਜ਼ਬਾ ਇੱਕ ਤੇ ਪੈਦਾ ਹੁੰਦਾ, ਇੱਕ ਦੁਸ਼ਮਣ ਨੂੰ ਸੰਦੇਸ਼ ਜਾਂਦਾ ਕਿ ਇਹ ਫੌਜ, ਕਿਉਂਕਿ ਇਹਨਾਂ ਦੇ ਕਾਰਨਾਮੇ, ਇਹਨਾਂ ਦਾ ਇਤਿਹਾਸ ਸਾਰਾ ਇਸ ਖੂਨ ਨਾਲ ਸਿਰਜਿਆ ਗਿਆ ਇਤਿਹਾਸ ਹੈ ਸਿੱਖ ਕੌਮ ਦਾ। ਇਸ ਵਾਸਤੇ ਉਹ ਜਿਹੜਾ ਜਜ਼ਬਾ ਗੁਰੂ ਸਾਹਿਬ ਨੇ, ਜੇ 10 ਗੁਰੂਆਂ ਨੇ, ਤਾਂ ਉਹ ਜਿਹੜਾ ਅਖੀਰ 'ਤੇ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਕਿ ਇਹ ਅਖੀਰ 'ਤੇ ਜਜ਼ਬਾ ਪਿਤਾ ਕੁਰਬਾਨੀਆਂ ਦਾ, ਉਹ ਅੱਜ ਵੀ ਬਰਕਰਾਰ ਹੈ, ਉਹ ਪਿੱਛੇ ਨਹੀਂ ਹਟਦੇ। ਇੱਕ ਦੋ ਨਾਰੇ ਵੀ ਤੁਸੀਂ ਲਾ ਕੇ ਦੱਸ ਦਿਓ ਵੀ ਕਿਹੜੇ ਕਿਹੜੇ ਨਾਰੇ ਲੱਗਦੇ ਆ ਆਰਮੀ ਦੇ ਵਿੱਚ। ਦੇਖੋ ਮੈਂ ਦੱਸਿਆ ਨਾ ਕਿ ਇੱਕ ਤੇ ਇਹ ਗੱਲ ਚੜ੍ਹਦੀ ਕਲਾ, ਸਿੱਖ ਰਜਮਨ ਗਾਂਧੀ ਚੜ੍ਹਦੀ ਕਲਾ, ਠੀਕ ਹੈ, ਚੜ੍ਹਦੀ ਕਲਾ, ਦੇਸ਼ ਸੇਵਾ ਵਰਮੋਈ ਗਾਇਨ ਕਰਦੇ ਨੇ, ਠੀਕ ਹੈ, ਸਰਬੱਤ ਦਾ ਭਲਾ ਤਾਂ ਮੰਗਦੇ ਹੀ ਨੇ, ਪਰ ਜਿਹੜੇ ਜਿਸ ਤਰ੍ਹਾਂ ਕਿ ਹੋਰ ਬੜੇ ਇਸ ਜਦੋਂ ਹਮਲਾ ਕਰਨਾ ਹੋਵੇ ਬੋਲੇ ਸੌ ਨਿਹਾਲ ਲੱਗਦੇ ਵੀ ਲੱਗਦਾ ਚੱਕਰ। ਉਸ ਵੇਲੇ ਜਾ ਕੇ ਜਿਸ ਵੇਲੇ ਇਹ ਫਾਰਮਿੰਗ ਆ ਪਲੇਸ ਜਿਹੜੀ ਹੁੰਦੀ ਹੈ ਉੱਥੇ ਪਹੁੰਚ ਜਾਂਦੇ ਨੇ, ਤੇ ਉੱਥੇ ਫਿਰ ਥੋੜ੍ਹੀ ਦੂਰ ਰਹਿ ਗਿਆ ਟਾਰਗੇਟ ਜਿੱਥੇ ਜਾਣਾ ਹੈ ਕਿ ਦੁਸ਼ਮਣ ਦੀ ਪਲਟੂਨ ਹੈਗੀ, ਜੋ ਵੀ ਸਟਰੈਂਥ ਹੈਗੀ ਹੈ, ਉਹਦੇ ਜਾਣ ਵਾਸਤੇ ਇੱਕ ਕਿਸਮ ਦਾ ਉਸ ਵੇਲੇ ਜਜ਼ਬਾ ਭਰਨ ਦੀ ਖਾਤਰ, ਤੇ ਉਸ ਵੇਲੇ ਦੇਖ ਦੇਖ ਫਤਿਹ ਤੇ ਪਹਿਲਾਂ ਹੋ ਕਰ ਦੇ ਚੁੱਕੇ ਹੁੰਦੇ ਨੇ, ਆਸ਼ੀਰਵਾਦ ਲੈ ਕੇ, ਫਿਰ ਉਸ ਵੇਲੇ ਉਹ ਜਨਕਾਰਾ ਛੱਡ ਕੇ, ਤਾਂ ਕਿ ਦੁਸ਼ਮਣ ਨੂੰ ਪਤਾ ਲੱਗ ਜਾਂਦਾ ਇਹ ਫੌਜ ਆ ਗਈ, ਦੁਸ਼ਮਣ ਨੂੰ ਪਤਾ ਲੱਗ ਜਾਂਦਾ ਕਿ ਇਹ ਫੌਜ ਤਗੜੀ ਫੌਜ ਹੈ। ਤੇ ਉਹ ਹੁਣ ਵੀ ਜਿਹੜੀਆਂ ਘਟਨਾਵਾਂ ਹੋਈਆਂ, ਜਿਹੜੀਆਂ ਭਾਵੇਂ ਗਲਵਾਨ ਘਾਟੀ 'ਚ ਹੋਣ, ਤਵਾਂਗ 'ਚ ਹੋਣ, ਜਾਂ ਹੋਰ ਕਿਤੇ ਪਾਕਿਸਤਾਨ ਦਾ ਹੁੰਦੀਆਂ ਨੇ, ਅਸੀਂ ਦੇਖਿਆ ਜੰਗਾਂ ਦੇ ਵਿੱਚ। ਤੇ ਪਰ ਇੱਕ ਸਵਾਲ ਨਾਲ ਇਹ ਆ ਜਾਂਦਾ ਕਿ ਜੋ ਬਾਹਰ ਬਿੱਡੋ ਜੀ ਦੀ ਆਪਾਂ ਗੱਲ ਕਰਦੇ ਹਾਂ, ਕਿ ਉਹ ਬਿੱਡੋ ਜੀ ਨੂੰ ਬਣਦਾ ਮਾਨ ਸਤਿਕਾਰ, ਬਣਦੇ ਭੱਤੇ, ਬਣਦੀ ਪੈਨਸ਼ਨ ਮਿਲਦੀ ਆ, ਉਹਨਾਂ ਦਾ ਗੁਜ਼ਾਰਾ ਠੀਕ ਠੀਕ ਹੋ ਜਾਂਦਾ, ਕਿਉਂਕਿ ਸਿਰਦਾ ਸਾਈਂ ਕਿਸੇ ਲੇਡੀ ਦਾ ਜਾ ਚੁੱਕਿਆ ਹੁੰਦਾ, ਬੱਚਿਆਂ ਨੂੰ ਵੀ ਲੋੜ ਹੁੰਦੀ ਹੈ ਪਿਤਾ ਦੀ, ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਹੈ ਕਿ ਕੌਮੀ ਪੱਧਰ ਤੱਕ ਹਾਲੇ ਤੱਕ ਕੋਈ ਇੱਕ ਪਾਲਿਸੀ ਨਹੀਂ ਬਣੀ ਜਿਹੜਾ ਕਿ ਸੈਨਿਕ ਭਲਾਈ ਦੇ ਵਾਸਤੇ ਔਰ ਖ਼ਾਸ ਤੌਰ 'ਤੇ ਵਿਡੋ ਵਾਸਤੇ ਅਡੋਕਿਜ਼ਮ ਹੈਗਾ। ਔਰ ਇਹ ਸ਼ੁਰੂ ਹੋਇਆ ਕਾਰਗਿਲ ਦੇ ਟਾਈਮ 'ਤੇ, ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਸੀ, ਤੇ ਉਹਨਾਂ ਨੇ ਕਿਹਾ ਕੋਈ ਆਈ ਪਾਲਿਸੀ ਦਿਖਾਓ ਮੈਨੂੰ, ਕੀ ਹੈ ਇਹਨਾਂ ਦੇ ਜਿਹੜੇ ਸ਼ਹੀਦ ਹੋ ਰਹੇ ਨੇ, ਤੇ ਕੋਈ ਪਾਲਿਸੀ ਨਹੀਂ ਸੀ। ਉਹਨਾਂ ਨੇ ਫਿਰ ਕਮੇਟੀ ਦੇ ਆਰਡਰ ਕੀਤੀ, ਡਿਫੈਂਸ ਮਿਨਿਸਟਰ ਦੀ ਅਧਿਕਸ਼ਤਾ, ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਸੀਗੇ, ਤੇ ਉਹ ਫਿਰ ਕਮੇਟੀ ਹਾਲੇ ਤੱਕ ਉਹਦੀਆਂ ਕਿਤੇ ਸਿਫਾਰਸ਼ਾਂ ਨਜ਼ਰ ਨਹੀਂ ਆਈਆਂ, ਮਗਰ ਜਦੋਂ ਤੱਕ ਪੰਜਾਬ ਦਾ ਹੈਗਾ ਸੰਬੰਧ ਹੈਗਾ, ਤੇ ਉਸ ਵੇਲੇ ਕਿਉਂਕਿ ਮੈਂ ਉਸ ਵੇਲੇ ਡਾਇਰੈਕਟਰ ਸੈਨਿਕ ਭਲਾਈ ਪੰਜਾਬ ਦੀ ਡਿਊਟੀ ਕਰ ਰਿਹਾ ਸੀ, ਤੇ ਉਸ ਵੇਲੇ ਇੱਕ ਪਾਲਿਸੀ ਬਣੀ, ਅਸੀਂ ਪ੍ਰਪੋਜ਼ ਕੀਤਾ ਕਿ ਜਿਹੜੇ ਵੀ ਜਵਾਨ ਜਿਹੜੇ JSC ਆਫਸਰ ਸ਼ਹੀਦ ਹੋ ਜਾਂਦੇ ਨੇ ਤੇ ਉਹ ਬੈਟਲ ਕੈਜੁਅਲਟੀ ਰਿਪੋਰਟ ਆਉਂਦੀ ਹੈ, ਉਹਨਾਂ ਨੂੰ ਵੀ ਇੱਕ ਵਿਸ਼ੇਸ਼ ਪੈਕੇਜ ਜਿਹਦੇ ਵਿੱਚ ਅਸ਼ੋਰਡ ਗਵਰਨਮੈਂਟ ਜੌਬ ਦਰਜਾ 2, 3, 4 ਕੁਆਲੀਫਿਕੇਸ਼ਨ ਹਿਸਾਬ ਨਾਲ ਉਹ ਦਰਜਾ ਦਿੱਤੀ, 1 ਵੀ ਉਹ ਦਿੱਤੀ ਜਾਏਗੀ, ਉਹ ਦਿੱਤੀ ਜਾਂਦੀ ਰਹੀ ਹੈ, ਅੱਜ ਵੀ ਦਿੱਤੀ ਜਾ ਰਹੀ ਹੈ। ਜੇ ਉਹ ਪਾਲਿਸੀ ਸਿਰਫ ਕਾਰਗਿਲ ਦੇ ਟਾਈਮ, ਆਪਰੇਸ਼ਨ ਵਿਜੇ ਦੇ ਟਾਈਮ 'ਤੇ ਹੁੰਦੀ, ਜੋ ਕਿ ਵਿੱਚੋਂ ਬਿਊਰੋਕਰੈਟ ਚਾਹੁੰਦੇ ਸੀਗੇ, ਫਿਰ ਅੱਜ ਨਹੀਂ ਸੀ ਮਿਲਣਾ, ਅੱਜ ਵੀ ਉਹ ਕਾਇਮ ਹੈ, ਭਾਵੇਂ ਉਦੋਂ ਬਾਅਦ ਪਹਿਲਾਂ ਜੋ ਕੁਝ ਪੈਕੇਜ ਸੀਗਾ ਉਹਨਾਂ ਵਧਿਆ, ਪਰ ਉਹ ਕਿਸੇ ਦੀ ਮਿਹਰਬਾਨੀ ਨਹੀਂ, ਇਹ ਉਸ ਸਮੇਂ ਦੀ ਪਾਲਿਸੀ 99 'ਚ। ਪੰਜਾਬ ਸਰਕਾਰ ਦਾ ਵੀ ਇੱਕ ਆਪਾਂ ਕਹਿ ਸਕਦੇ ਹਾਂ ਸ਼ਲਾਘਾ ਕਰਨੀ ਬਣਦੀ ਹੈ ਕਿ 1 ਕਰੋੜ ਰੁਪਈਆ ਦਿੱਤਾ ਜਾਂਦਾ ਸ਼ਹੀਦਾਂ ਨੂੰ। ਮੈਂ ਦੱਸਿਆ ਨੇ ਪਾਲਿਸੀ ਦੀ, ਜਦੋਂ ਉੱਥੇ ਦੇਖੋ ਉਸ ਸਮੇਂ ਦੀ ਸਰਕਾਰ ਨੇ ਪਾਲਿਸੀ ਬਣਾਈ, ਤੇ ਉਹ ਫਰਜ਼ ਬਣਦਾ ਉਹ 'ਚ ਫਿਰ ਕੋਈ ਵੱਧ ਸਕਦਾ, ਫਿਰ ਉਹ 'ਚ ਕੁਝ ਹੋਰ ਹੋ ਨਹੀਂ ਸਕਦਾ। ਛੋਟ ਜਾਬ ਹੁਣ ਵੀ ਦਿੱਤੀਆਂ ਗਈਆਂ ਨੇ, ਪਰ ਉਦੋਂ ਬਾਅਦ ਉਹਨਾਂ ਦੇ ਵਾਸਤੇ ਸਿਰਫ ਜੰਗੀ ਵਿਧਵਾ, ਬਾਕੀ ਵਿਧਵਾ ਵੀ 70-80 ਹਜ਼ਾਰ ਦੇ ਕਰੀਬ ਵਿਧਵਾ ਨੇ ਬਾਕੀ ਪੰਜਾਬ ਦੇ ਵਿੱਚ, ਉਹਨਾਂ ਦੀ ਖੱਜਲ ਖੁਆਰੀ, ਉਹਨਾਂ ਦੇ ਬਹੁਤ ਸਾਰੇ ਮੁਕੱਦਮੇ, ਉਹਨਾਂ ਦੇ ਪੁਲਿਸ ਕੇਸ, ਉਹਨਾਂ ਦੀਆਂ ਜਾਇਦਾਦਾਂ ਖਾਲੀ ਕਰਾਉਂਦੇ, ਬੜੇ ਇਹੋ ਜਿਹੇ ਮਸਲੇ ਨੇ ਜਿਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਨਾ ਪਹਿਲੋਂ ਦਿੱਤਾ ਗਿਆ ਨਾ ਹੁਣ ਵੀ, ਕਿਉਂਕਿ ਕਾਨੂੰਨ ਨੂੰ ਅਗਰ ਹੈ ਵੀ ਹੈ ਤਾਂ ਉਹਨੂੰ ਇਨ ਬਿਨ ਲਾਗੂ ਨਹੀਂ ਕੀਤਾ ਜਾਂਦਾ, ਜਿਹਦੇ ਵਾਸਤੇ ਪ੍ਰਸ਼ਾਸਨ ਔਰ ਪੁਲਿਸ ਜ਼ਿੰਮੇਵਾਰ ਹੈ। ਜੇਕਰ ਗੱਲ ਕਰੀਏ ਹਥਿਆਰਬੰਦ ਸੈਨਾਵਾਂ ਦੇ ਮੈਂਬਰਾਂ ਦੀਆਂ ਵਿਧਵਾਵਾਂ ਦੀ ਗਿਣਤੀ ਤਾਂ ਸਭ ਤੋਂ ਵੱਧ ਹੈ, ਤੇ ਇਹ ਵੀ ਦੱਸਦੇ ਕਿ ਜੰਗ ਜਾਂ ਫੌਜੀ ਕਾਰਵਾਈ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਦੀਆਂ ਇਹ ਮਹਿਲਾਵਾਂ ਨੇ। ਸੋ ਦੱਸਦੇ ਕਿ ਦੇਸ਼ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਾਹਮਣੇ ਆਉਂਦੀਆਂ ਨੇ ਸਿੱਖ ਵੀਰਾਂ ਦੀਆਂ। ਪੰਜਾਬ ਵਿੱਚ ਹਥਿਆਰਬੰਦ ਸੈਨਾਵਾਂ ਦੇ ਮੈਂਬਰਾਂ ਦੀਆਂ ਵਿਧਵਾਵਾਂ ਦੀ ਗਿਣਤੀ ਸਭ ਤੋਂ ਵੱਧ ਹੈ। ਜੰਗ ਜਾਂ ਫੌਜੀ ਕਾਰਵਾਈ ਦੌਰਾਨ ਸ਼ਹੀਦ ਹੋਏ ਹਨ। ਸੋਮਵਾਰ ਦੀ ਗੱਲ ਕਰੀਏ ਤਾਂ ਰੱਖੇ ਗਏ ਅੰਕੜੇ ਅਨੁਸਾਰ ਪੰਜਾਬ 'ਚ 2100
132 ਜੰਗੀ ਵਿਧਵਾਵਾਂ ਨੇ। ਸੋ ਦੱਸ ਦਈਏ ਕਿ ਹੁਣ ਇੱਕ ਹੋਰ ਪਰਿਵਾਰ ਆ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ। ਉਹ ਪਰਿਵਾਰ ਆ ਲੌਂਗੋਵਾਲ ਦੇ ਚੀਮਾ ਦਾ ਰਹਿਣ ਵਾਲਾ, ਜਿਨ੍ਹਾਂ ਦੇ ਪੁੱਤਰ ਨੇ ਆਪਣੀ ਸ਼ਹਾਦਤ ਦਿੱਤੀ ਹੈ ਇਸ ਦੇਸ਼ ਦੇ ਲਈ। ਹੁਣ ਉਸ ਪਰਿਵਾਰ ਨੇ ਕੀ ਕੁਝ ਕਿਹਾ ਹੈ, ਕਿਉਂਕਿ ਇਹ ਵੀ ਦੱਸ ਦਈਏ ਕਿ ਕਈ ਪਰਿਵਾਰਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਸਰਕਾਰ ਦੇ ਵੱਲੋਂ ਦੇ ਦਿੱਤੀਆਂ ਗਈਆਂ ਨੇ, ਪਰ ਕਈ ਪਰਿਵਾਰ ਅਜੇ ਵੀ ਸਰਕਾਰ ਦੀਆਂ ਸਹੂਲਤਾਂ ਤੋਂ ਵਾਂਝੇ ਨੇ ਤੇ ਕੋਈ ਵੀ ਮਦਦ ਨਹੀਂ ਕੀਤੀ ਜਾਂਦੀ। ਇੱਥੋਂ ਤੱਕ ਕਿ ਜਦੋਂ ਉਹਨਾਂ ਦਾ ਪੁੱਤਰ ਇੱਕ ਦੇਸ਼ ਦੇ ਲਈ ਸ਼ਹੀਦ ਹੋ ਜਾਂਦਾ ਹੈ, ਕਈ ਪਰਿਵਾਰਾਂ ਦਾ ਹਾਲ ਤੱਕ ਨਹੀਂ ਜਾਣਿਆ ਜਾਂਦਾ। ਉਸ ਤੋਂ ਬਾਅਦ ਫਿਰ ਕੀ ਕਹਿੰਦਾ ਇਹ ਪਰਿਵਾਰ, ਆਓ ਤੁਹਾਨੂੰ ਇਸ ਪਰਿਵਾਰ ਦੇ ਨਾਲ ਮਿਲਾਉਂਦੇ ਹਾਂ। ਮਾਤਾ ਜੀ, ਮਨਪ੍ਰੀਤ ਸਿੰਘ 2019 ਦੀ ਲੜਾਈ ਦੇ ਵਿੱਚ ਸ਼ਹੀਦ ਹੋ ਗਿਆ ਸੀਗਾ, ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਇਸ ਤੇ? ਅਸੀਂ ਤਾਂ ਇਹ ਕਹਿੰਦੇ ਹਾਂ ਵੀ ਗਰੀਬ ਘਰ ਦਾ ਬੇਟਾ ਸੀ, ਸਾਨੂੰ ਅਸੀਂ ਉਹਨੂੰ ਫੌਜ 'ਚ ਇੰਨਾ ਉਹ ਕਰਕੇ ਰਾਜੀ ਨਹੀਂ ਸੀ। ਉਹ ਗਰੀਬੀ ਦੇ ਤੌਰ 'ਤੇ ਆਪਦਾ ਫੌਜ 'ਚ ਗਿਆ, ਸਾਡੇ ਘਰ ਕੁਝ ਨਹੀਂ ਸੀਗਾ, ਅਸੀਂ ਦਿਹਾੜੀ ਕਰਕੇ ਖਾਂਦੇ ਹਾਂ। ਕੀ ਹਾਲਾਤ ਸੀਗੇ ਉਦੋਂ, ਦੱਸਿਆ ਜਾਵੇ ਥੋੜਾ ਜਿਹਾ ਮਨਪ੍ਰੀਤ ਸਿੰਘ ਬਾਰੇ, ਕੀ ਕਹਿੰਦਾ ਹੁੰਦਾ ਸੀ? ਉਹ ਕਹਿੰਦਾ ਹੁੰਦਾ ਸੀ ਵੀ ਮੈਨੂੰ ਜੌਬ ਮਿਲ ਗਈ ਜੇ, ਵੀ ਮੈਂ ਆਪਦੀ ਭੈਣ ਦਾ ਵਧੀਆ ਕਰੂੰਗਾ, ਵਧੀਆ ਪੜ੍ਹਾਊਂਗਾ, ਵਿਆਹ ਵਧੀਆ ਕਰੂੰਗਾ, ਆਪਦੇ ਭਰਾ ਦਾ ਵਧੀਆ ਪੜ੍ਹਾਈ ਲਿਖਾਈ ਕਰਾ ਕੇ ਵੀ ਨੌਕਰੀ 'ਤੇ ਲਵਾਊਂਗਾ ਤੇ ਉਹਦੀ ਜਗ੍ਹਾ ਵੀ ਬਣਾਊਂਗਾ, ਵੀ ਆਪਦੇ ਦਾਦਾ ਦਾਦੀ ਦਾ ਵੀ ਮੈਂ ਵਧੀਆ ਸੰਸਕਾਰ 'ਤੇ ਉਹ ਕਰੂੰਗਾ। ਕੋਈ ਸੁਪਨਾ ਸੀਗਾ ਮਨਪ੍ਰੀਤ ਸਿੰਘ ਦਾ? ਸੁਪਨਾ ਸੀ ਇਹ ਸੁਪਨਾ ਸੀ ਮਨਪ੍ਰੀਤ ਦਾ, ਵੀ ਮੈਂ ਆਪਦੇ ਭੈਣ ਭਾਈਆਂ ਦਾ ਬਣਾਵਾਂ ਤੇ ਦਾਦਾ ਦਾਦੀ ਦਾ ਵਧੀਆ ਕਰਾਂਗੀ। ਦੇਸ਼ ਲਈ ਸ਼ਹੀਦ ਹੋ ਗਿਆ, ਵੱਡਾ ਨਾਮ ਕਮਾ ਗਿਆ, ਹੁਣ ਹਰ ਵਕਤ ਜਿਹੜਾ ਕਿ ਲੌਂਗੋਵਾਲ ਦੀ ਧਰਤੀ ਉੱਤੇ ਉਸਦੇ ਮਨਪ੍ਰੀਤ ਸਿੰਘ ਦਾ ਨਾਮ ਗੂੰਜਿਆ ਕਰੇਗਾ। ਪਰ ਤੁਸੀਂ ਇਸ ਦੇ ਬਾਰੇ ਦੱਸਿਆ ਜਾਵੇ ਕਿ ਸਰਕਾਰ ਵੱਲੋਂ ਕੀ ਤੁਹਾਨੂੰ ਸਹੂਲਤਾਂ ਮਿਲ ਰਹੀਆਂ ਨੇ? ਮਨਪ੍ਰੀਤ ਸਿੰਘ ਸ਼ਹੀਦ ਹੋ ਗਿਆ ਸੀਗਾ, ਸ਼ਹੀਦ ਦੇ ਪਰਿਵਾਰ ਨੂੰ ਕੋਈ ਸਹੂਲਤਾਂ ਮਿਲਦੀਆਂ, ਕੀ ਕਹਿਣਾ? ਸਾਨੂੰ ਸਿਰਫ ਸਰਕਾਰ ਵੱਲੋਂ 10 ਲੱਖ ਰੁਪਈਆ ਮਿਲੇ, 10 ਲੱਖ ਰੁਪਈਆ। ਹੋਰ ਸਰਕਾਰ ਨੇ ਸਾਨੂੰ ਕੋਈ ਉਹ ਨਹੀਂ ਕਰਿਆ। ਅਸੀਂ ਬੁੱਤ ਲਵਾਇਆ, ਉਹ ਵੀ ਅਸੀਂ ਆਪਦੇ ਪੈਸਿਆਂ ਦਾ ਲਵਾਇਆ ਗਾ, 4-5 ਲੱਖ ਰੁਪਈਆ ਲੱਗ ਗਿਆ। ਸਰਕਾਰ ਤੋਂ ਮੰਗ ਰੱਖੀ ਸੀ, ਉਹਨਾਂ ਨੇ ਕੋਈ ਸਾਡੀ ਸੁਣੀ ਨਹੀਂ ਹੈਗੀ। ਕੀ ਮੰਗ ਕਰਦੇ ਹੋ? ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਮੇਰੀ ਬੇਟੀ ਨੂੰ ਨੌਕਰੀ ਦੇਣ, ਵੀ ਨਾਲੇ ਮੇਰਾ ਕੋਈ ਮੈਨੂੰ ਤਾਂ 10 ਲੱਖ ਰੁਪਈਆ ਮਿਲਿਆ, ਵੀ ਮੈਨੂੰ ਜਿਵੇਂ ਦੂਜੇ ਸ਼ਹੀਦਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਈਆ ਦਿੱਤਾ, ਵੀ ਉਸ ਹਿਸਾਬ ਨਾਲ ਮੈਨੂੰ ਵੀ ਦਿੱਤਾ ਜਾਵੇ, ਮੈਂ ਆਪਦੇ ਘਰ ਦਾ ਕੋਈ ਗੁਜ਼ਾਰਾ ਕਰ ਸਕਾਂ। ਹਾਂ, ਸਾਡੇ ਨਾਲ ਮਨਪ੍ਰੀਤ ਸਿੰਘ ਦੇ ਦਾਦੀ ਜੀ ਵੀ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਮਾਤਾ ਜੀ, ਕੀ ਕਹਿਣਾ ਚਾਹੋਗੇ ਮਨਪ੍ਰੀਤ ਸਿੰਘ ਬਾਰੇ? ਬੀਬਾ ਮੁੰਡਾ ਸੀ ਕਹਿੰਦੇ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਜੀ ਐਂ ਕਹਿੰਦੇ ਆ ਵੀ ਕੁਛ ਬਣਨਾ ਚਾਹੀਦਾ, ਜਿਵੇਂ ਇੰਨੀਆਂ ਔਖਾ ਕੱਟ ਕੇ ਵਗ ਗਿਆ ਜੀ, ਵੀ ਔਖਾ ਹੀ ਵਾਲੇ ਕੱਟਿਆ, ਕੋਈ ਪੈਸਾ ਨਹੀਂ ਲਾਇਆ ਵਿਚਾਰੇ ਨੇ, ਜਦੋਂ ਔਖਾ ਦੀ ਘਰੋਂ ਵੀ ਮੈਂ ਬਣਾਵਾਂ ਕੁਛ ਆਪਦੇ ਘਰੇ। ਹਾਂ, ਵੀ ਨਾ ਜਵਾਕਾਂ ਦਾ ਹੋਵੇ, ਇਹਨਾਂ ਦਾ ਭੈਣ ਭਾਈਆਂ ਦਾ ਦਾ ਸੋਚਦਾ ਸੀ। ਹਾਂ ਹਾਂ ਹਾਂ, ਸਾਡਾ ਬਹੁਤ ਕਰਦਾ ਸੀ, ਆਹ ਤਾਂ ਪਤਾ ਹੀ ਨਹੀਂ ਸੀ ਵੀ ਵਿਚਾਰਾ ਹੋ। ਕਦੇ ਗੱਲਾਂ ਕਰਦਾ ਹੀ ਤੁਹਾਡੇ ਬਾਰੇ? ਹਾਂ ਹਾਂ, ਬਾਲੀਆਂ ਕਰਦਾ ਹੁੰਦਾ ਸੀ, ਵਸਾ ਨਹੀਂ ਕਰਦੇ, ਸਾਰਾ ਨਾ ਫੋਨ ਕਰਦਾ, ਉਹ ਗੱਲਾਂ ਕਰਦਾ, ਅੱਡੋ ਅੱਡ। ਅਸੀਂ ਉੱਧਰ ਬੈਠੇ ਹੁੰਦੇ, ਮੁੱਕਣ ਤੋਂ ਪਹਿਲਾਂ 16 ਤਰੀਕ ਤੀ ਉਹਦੇ ਕੱਤੇ ਦੀ, ਹਾਂ, ਉਹਦੇ ਗੱਲਾਂ ਕਰੀਆਂ ਸਾਡੇ ਨਾਲ ਦੋਨਾਂ ਦਾ। ਫਿਰ ਮੈਂ ਇੱਥੇ ਭਾਗੀ, ਕੁੜੀ ਲੈ ਭਾਗੀ ਵੀ 2-3 ਲਵੇ ਬਾਲ। ਫਿਰ ਆਉਂਦੇ ਨੂੰ ਬਸ ਜਦੋਂ ਮੈਂ ਆਈ 2 ਦਿਨਾਂ ਪਿੱਛੋਂ ਢਿੱਲਾ ਸੁਣਿਆ। ਤੇ ਕਿੰਨੇ ਸਾਲ ਮਤਲਬ ਨੌਕਰੀ ਕੀਤੀ ਬਾਈ ਨੇ ਆਰਮੀ ਦੇ ਵਿੱਚ, ਫੌਜ ਦੇ ਵਿੱਚ? 1.5 ਸਾਲ ਜੀ। ਹਾਂ ਹਾਂ, 1.5 ਸਾਲ। 1.5 ਸਾਲ ਦੀ ਨੌਕਰੀ ਦੇ ਵਿੱਚ ਜਦ ਛੁੱਟੀ ਆਉਂਦਾ ਸੀ, ਕਹਿੰਦਾ ਹੁੰਦਾ ਸੀਗਾ ਵੀ ਬਈ ਯਾਦ ਆਉਂਦੀ ਆ ਫੌਜ ਦੇ? ਹਾਂ, ਮੈਂ ਵੀ ਸਾਰਾ ਕੁਝ ਕਰੂੰਗਾ, ਵੀ ਮੈਂ ਘਰ ਵੀ ਪਾਊਂਗਾ। ਪਹਿਲਾਂ ਇਹ ਕਹਿੰਦਾ ਵੀ ਇਹਦਾ ਕਰੂੰਗਾ ਭੈਣ ਦਾ, ਵੀ ਪਹਿਲਾਂ ਭੈਣ ਨੂੰ ਵਿਆਹਾਂਗੇ, ਦਾਦੇ ਨੂੰ ਕਹਿੰਦਾ ਹੁੰਦਾ। ਹਾਂ, ਵੀ ਫਿਰ ਆਪਾਂ ਇਹਨੂੰ ਵਿਆਹਾਂਗੇ, ਮੈਂ ਨਹੀਂ ਹਜੇ ਕਰਾਉਂਦਾ, ਐਂ ਕਹਿੰਦਾ ਹੁੰਦਾ। ਮੈਂ ਤਾਂ ਸੱਚੀ ਦਾ ਗੱਲ ਦੱਸੂੰਗੀ। ਹਾਂ, ਸ਼ਹੀਦ ਮਨਪ੍ਰੀਤ ਸਿੰਘ ਦੇ ਸਿਸਟਰ ਵੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਕੀ ਕਹਿਣਾ ਚਾਹੋਗੇ? ਤੁਹਾਡਾ ਬ੍ਰਦਰ 2019 ਦੇ ਵਿੱਚ ਸ਼ਹੀਦ ਹੋਇਆ ਦਾ, ਬੜੇ ਖੁਆਬ ਸੀਗੇ ਉਸਦੇ ਵੀ ਪਰਿਵਾਰ ਦੇ ਪ੍ਰਤੀ, ਤੁਸੀਂ ਕੀ ਕਹਿਣਾ? ਮੇਰਾ ਭਰਾ ਬਹੁਤ ਵਧੀਆ ਸੀਗਾ, ਸਾਰਿਆਂ ਨਾਲੋਂ ਵਧੀਆ ਸੀ, ਸਾਰਿਆਂ ਨਾਲ ਹੱਸ ਖੇਡ ਕੇ ਗੱਲਾਂ ਕਰਨੀਆਂ, ਕਿਸੇ ਨਾਲ ਕੋਈ ਵੀ ਭੇਵ ਨਹੀਂ ਰੱਖਣਾ ਸੀਗਾ ਉਹਨਾਂ ਨੇ, ਵੀ ਸਾਰਿਆਂ ਨੂੰ ਇੱਕੋ ਜਿਹੀ ਸਮਝਦੇ ਸੀਗੇ। ਵਧੀਆ ਸੀਗਾ, ਜਿਵੇਂ ਵੀ ਜੇ ਛੁੱਟੀ ਵੀ ਆਉਂਦਾ ਵੀ ਸਾਰਿਆਂ ਨੂੰ ਵਧੀਆ ਹੱਸ ਖੇਡ ਕੇ ਬੁਲਾਉਣਾ, ਕਿਸੇ ਨਾਲ ਕੋਈ ਗੁੱਸਾ ਖੇਡਾ ਨਹੀਂ ਸੀ ਉਹਦੇ ਨਾਲ। ਮਨਪ੍ਰੀਤ ਸਿੰਘ ਦੀ ਕੋਈ ਯਾਦ ਹੋਵੇ ਤੁਹਾਡੇ ਮਨ ਦੇ ਵਿੱਚ, ਕੋਈ ਅਖੀਰ? ਮੇਰਾ ਭਰਾ ਬਸ ਵਧੀਆ ਸੀ, ਐਂ ਸੋਚਦਾ ਹੁੰਦਾ ਸੀ ਵੀ ਮੈਂ ਆਪਦੀ ਭੈਣ ਦਾ ਵਿਆਹ ਵਧੀਆ ਕਰੂੰਗਾ ਅਤੇ ਆਪਦੇ ਭਾਈ ਦਾ ਵਿਆਹ ਵਧੀਆ ਕਰੂੰਗਾ, ਵੀ ਇਹਨਾਂ ਦਾ ਘਰ ਵਧੀਆ ਪਾ ਕੇ ਵੀ ਮੈਂ ਫਿਰ ਆਪਦਾ ਵਿਆਹ ਕਰਵਾਊਂਗਾ। ਕੀ ਹੁਣ ਸਰਕਾਰ ਵੱਲੋਂ ਕੀ ਸਹੂਲਤ ਮਿਲ ਰਹੀ ਹੈ ਤੁਹਾਨੂੰ?
ਜਿਸ ਦੇ ਵਿੱਚ ਤੁਹਾਡਾ ਬ੍ਰਦਰ ਸ਼ਹੀਦ ਹੋਇਆ ਸੀ, ਸਰਕਾਰ ਵੱਲੋਂ ਹੁਣ ਤੁਹਾਨੂੰ ਕੀ ਸਹੂਲਤ? ਸਾਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲ ਰਹੀ ਵੀ ਜਿਹੜਾ ਅਸੀਂ ਨੇ ਬੁੱਤ ਲਵਾਇਆ ਉਹ ਵੀ ਅਸੀਂ ਨੇ ਆਪਦੇ ਪੈਸਿਆਂ ਦਾ ਲਵਾਇਆ ਗਾ। ਮੇਰੇ ਵੀਰੇ ਦੀ ਜੋ ਕੁਛ ਮਿਲਿਆ ਸੀਗਾ, ਜਿੰਨੀ ਉਹਨਾਂ ਨੇ ਨੌਕਰੀ ਕਰੀ ਸੀਗੀ, ਡਿਊਟੀ ਕਰੀ ਸੀ, ਉਨੇ ਪੈਸੇ ਸਾਨੂੰ ਮਿਲੇ ਆ। ਕੋਈ ਐ ਨਹੀਂ ਹੈਗਾ ਵੀ ਸਾਨੂੰ ਫੌਜ ਵੱਲੋਂ ਤਾਂ ਕੋਈ ਵੀ ਦਿੱਕਤ ਆਈ ਨਹੀਂ ਹੈਗੀ, ਸਾਨੂੰ ਸਰਕਾਰ ਵੱਲੋਂ ਹੀ ਦਿੱਕਤ ਆ ਰਹੀ ਆ। ਹਾਂਜੀ, ਤੁਸੀਂ ਪੰਜਾਬ ਸਭ ਤੋਂ ਵੱਧ ਕਹਿੰਦੇ ਸ਼ਹੀਦੀਆਂ ਪਾ ਰਹੇਗਾ ਫੌਜ ਦੇ ਵਿੱਚ। ਬਹੁਤ ਪਰਿਵਾਰ ਨੇ ਜਿਨ੍ਹਾਂ ਦੇ ਇਹੀ ਸਵਾਲ ਨੇ ਕਿ ਸਾਡਾ ਬੱਚਾ ਸ਼ਹੀਦ ਹੋ ਗਿਆ ਤੇ ਸਾਨੂੰ ਕੁਝ ਨਹੀਂ ਮਿਲ ਰਿਹਾ, ਕੀ ਕਹਿਣਾ ਚਾਹੋਗੇ ਅਜਿਹੇ ਦੇ ਵਿੱਚ? ਹਾਂਜੀ, ਜਿਨ੍ਹਾਂ ਦੇ ਵੀ ਸ਼ਹੀਦ ਹੋਇਆ ਸਾਰਿਆਂ ਨੂੰ ਮਿਲਣਾ ਚਾਹੀਦਾ, ਜਿੰਨਾ ਉਹਨਾਂ ਦਾ ਹੱਕ ਹੈਗਾ ਉਹਨਾਂ ਸਾਰਿਆਂ ਨੂੰ ਮਿਲਣਾ ਚਾਹੀਦਾ। ਬਾਕੀ ਮੈਂ ਆਪਦੇ ਉਹਨਾਂ ਤੋਂ ਅਪੀਲ ਕਰਦੀ ਹਾਂ ਵੀ ਮੈਨੂੰ ਵੀ ਜੌਬ ਮਿਲੇ ਫੌਜ ਦੇ ਵਿੱਚ, ਵੀ ਮੈਂ ਆਪਦੇ ਭਾਈ ਦਾ ਸੁਪਨਾ ਪੂਰਾ ਕਰ ਸਕਾਂ। ਹਾਂਜੀ, ਹੋਰ ਕੀ ਅਖੀਰ ਦੇ ਵਿੱਚ ਸਰਕਾਰ ਤੋਂ ਮੰਗ ਕਰੋਗੇ? ਹੋਰ ਅਸੀਂ ਕੁਛ ਮੰਗ ਨਹੀਂ ਕਰਦੇ, ਬਸ ਇਕੱਲੀ ਜੌਬ ਦੀ ਕਰਾਂਗੇ ਵੀ ਜੇ ਜੌਬ ਮਿਲੂਗੀ ਮੈਨੂੰ ਤਾਂ ਮੈਂ ਆਪਦੀ ਫੈਮਿਲੀ ਦਾ ਵਧੀਆ ਕਰੂੰਗੀ, ਉਹਨਾਂ ਨੂੰ ਸਾਂਭੂੰਗੀ। ਬਾਕੀ ਕੋਈ ਵੀ ਸਾਡੇ ਕਮਾਉਣਾ ਨਹੀਂ ਹੈਗਾ। ਹੁਣ ਤੁਹਾਨੂੰ ਕੁਝ ਅੰਕੜਿਆਂ ਦੇ ਬਾਰੇ ਦੱਸਾਂਗੇ। ਜੇ ਗੱਲ ਕਰੀਏ ਤਾਂ ਪੂਰੇ ਦੇਸ਼ ਵਿੱਚ 14,467 ਵੀਰ ਨਾਰੀ ਹਨ। ਫੌਜ ਵਿੱਚ ਸੇਵਾ ਕਰ ਰਹੇ ਅਫਸਰ JCOS ਦੀ ਸਭ ਤੋਂ ਵੱਧ ਗਿਣਤੀ ਹੈ। ਦੱਸਦੇ ਕਿ 99,893 ਫੌਜੀ ਅਤੇ JCOS ਪੰਜਾਬ ਦੇ ਹਨ। ਰਾਜ ਵਿੱਚ ਵਿਧਵਾਵਾਂ ਪੈਨਸ਼ਨਰਾਂ ਸਮੇਤ ਲਗਭਗ 4 ਲੱਖ ਸੇਵਾ ਮੁਕਤ ਫੌਜੀ ਵੀ ਹਨ ਅਤੇ ਵਿਧਵਾ ਪੈਨਸ਼ਨਰ ਵੀਰ ਨਾਰੀਆਂ ਵੱਲੋਂ ਵੱਖਰੇ ਹਨ ਅਤੇ ਕਿਉਂਕਿ ਉਹ ਮ੍ਰਿਤਕ ਬਜ਼ੁਰਗਾਂ ਦੀਆਂ ਪਤਨੀਆਂ ਹਨ। ਅਤੇ ਦੱਸਦੇ ਕਿ ਉਕਤ ਅੰਕੜਿਆਂ ਅਨੁਸਾਰ ਪੰਜਾਬ ਭਰ ਵਿੱਚ ਸਭ ਤੋਂ ਵੱਧ ਜੰਗੀ ਵਿਧਵਾਵਾਂ ਨੇ, ਜਿੱਥੇ ਕਿ ਪੰਜਾਬ ਦੇ ਵਿੱਚ ਕਈ ਸਵਾਲ ਪੰਜਾਬ ਦੇ ਸਿੱਖ ਵੀਰਾਂ ਦੇ ਉੱਤੇ ਕਈ ਸਵਾਲ ਖੜੇ ਕਰ ਦਿੱਤੇ ਜਾਂਦੇ ਨੇ। 2% ਦਾ ਉਹਨਾਂ ਨੂੰ ਨਾਮ ਦੇ ਦਿੱਤਾ ਜਾਂਦਾ ਹੈ। ਸੋ ਇਹ ਅੰਕੜਾ ਸੀ ਜਿੱਥੇ ਕਿ ਪੰਜਾਬ ਭਰ ਦੇ ਇਹਨਾਂ ਅੰਕੜਿਆਂ ਦੇ ਵਿੱਚ ਬਹੁਤ ਸਾਰੇ ਖੁਲਾਸੇ ਹੁੰਦੇ ਨੇ।